ਲਗਭਗ 3.25 ਲੱਖ ਬੱਚਿਆਂ ਦੇ ਉੱਤੇ ਖੋਜ ਕੀਤੀ ਗਈ ਹੈ, ਤੇ ਉਹ ਵੀ ਵੱਖੋ ਵੱਖਰੇ ਮੁਲਕਾਂ ਦੇ ਵਿੱਚ। ਸਰਕਾਰਾਂ ਨੂੰ ਆਦੇਸ਼ ਹੀ ਲਗਭਗ ਦਿੱਤੇ ਗਏ ਨੇ ਵੀ ਗੌਰ ਕਰ ਲਓ, ਨਹੀਂ ਇਹ ਨੌਜਵਾਨ ਮੌਤਾਂ ਵਧੀ ਜਾਣਗੀਆਂ ਤੇ ਫਿਰ ਇਹ ਕੰਮ ਖਰਾਬੀ ਵੱਲ ਤੁਰ ਸਕਦਾ। ਇਨਸਾਨੀ ਜ਼ਿੰਦਗੀ ਦੀ ਅਸੀਂ ਉਹ ਕੀਮਤ ਮੰਨੀ ਨਹੀਂ। ਮੂਲੀਆਂ ਗਾਜਰਾਂ ਵਾਂਗ ਅਸੀਂ ਵੱਢ ਕੇ ਸੁੱਟ ਦਿੰਦੇ ਆ, ਤੇ ਜਿੰਨੇ ਕੁ ਮਨੁੱਖੀ ਹੱਕਾਂ ਦਾ ਘਾਣ ਅਸੀਂ ਕਰ ਜਾਂਦੇ ਆ, ਉਹ ਵਾਕਈ ਕਈ ਵਾਰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ। 1 ਸਾਲ ਦੀ ਉਮਰ ਦੇ ਨੇੜੇ ਤੇੜੇ ਜਿਹੜੇ ਪਹੁੰਚਦਿਆਂ ਮਰ ਰਹੇ ਨੇ ਜਾਂ ਮੌਤਾਂ ਵੱਧ ਰਹੀਆਂ ਨੇ, ਉਹਨਾਂ ਵਿੱਚ ਜਮਾਂਦਰੂ ਨੁਕਸ ਕਾਫੀ ਵੱਧ ਦਿਸਣ ਲੱਗ ਪਏ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਪ੍ਰਵਾਨੀ ਅਨੇਜਾ ਤੇ ਸਾਡੀ ਖਾਸ ਪੇਸ਼ਕਸ਼ ਸਾਂਝੀ ਗੱਲਬਾਤ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਜ਼ਿੰਦਗੀ ਇੱਕ ਬਹੁਤ ਹੀ ਸੋਹਣੀ ਚੀਜ਼ ਹੈ ਜੋ ਰੱਬ ਵੱਲੋਂ ਦਿੱਤੀ ਜਾਂਦੀ ਹੈ। ਦੋ ਹੀ ਸੱਚ ਨੇ ਇਸ ਇਨਸਾਨੀ ਰੂਪ ਦੇ, ਉਹਨੇ ਇੱਕ ਜਿਉਣਾ ਤੇ ਦੂਜਾ ਮਰਨਾ। ਜੇਕਰ ਰੱਬ ਨੇ ਜ਼ਿੰਦਗੀ ਦਿੱਤੀ ਹੈ ਤਾਂ ਮੌਤ ਵੀ ਨਿਸ਼ਚਿਤ ਹੈ, ਲੇਕਿਨ ਕਈ ਵਾਰੀ ਮੌਤ ਸਵਾਲਾਂ ਦੇ ਘੇਰਿਆਂ ਦੇ ਵਿੱਚ ਆ ਜਾਂਦੀ ਹੈ। ਉਹ ਕਿਉਂ? ਦਰਅਸਲ ਜੇਕਰ ਸਮੇਂ ਤੋਂ ਪਹਿਲਾਂ ਮੌਤ ਆ ਜਾਵੇ ਤਾਂ ਕਈ ਸਵਾਲ ਜੋ ਨੇ ਉਹ ਖੜੀ ਕਰ ਦਿੰਦੀ ਹੈ। ਇੱਕ ਹੁੰਦਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਜੀ ਲਈ, ਆਪਣੀ ਜ਼ਿੰਦਗੀ ਮਾਣ ਲਈ, ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਪੁਗਾ ਦਿੱਤੀਆਂ, ਆਪਣੇ ਸਾਰੇ ਰਿਸ਼ਤੇ ਅਦਾ ਕਰ ਦਿੱਤੇ, ਉਸ ਤੋਂ ਬਾਅਦ ਸਮੇਂ ਅਨੁਸਾਰ ਮੌਤ ਆਉਣਾ ਉਹ ਲਾਜ਼ਮੀ ਹੈ। ਇੱਕ ਹੁੰਦਾ ਹੈ ਜਵਾਨੀ ਦੇ ਵਿੱਚ, ਇੱਕ ਹੁੰਦਾ ਹੈ ਬੱਚਿਆਂ ਦਾ ਬੇਵਕਤੀ ਮੌਤ ਦਾ ਆ ਜਾਣਾ, ਉਹ ਕਈ ਸਵਾਲ ਖੜੇ ਕਰਦਾ। ਬ੍ਰਿਟਿਸ਼ ਜਰਨਲ ਦੇ ਵਿੱਚ ਇੱਕ ਰਿਪੋਰਟ ਛਪੀ ਹੈ ਜਿਸ ਦੇ ਮੁਤਾਬਕ ਜੇਕਰ ਕੈਨੇਡਾ, ਅਮਰੀਕਾ, ਯੂਰਪ ਦੇ ਦੇਸ਼ਾਂ ਦਾ ਜ਼ਿਕਰ ਕੀਤਾ ਜਾਵੇ, ਉੱਥੇ ਲਗਾਤਾਰ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਦਾ ਮੌਤਾਂ ਦਾ ਆંકੜਾ ਵੱਧਦਾ ਜਾ ਰਿਹਾ। ਆਖਿਰਕਾਰ ਕਾਰਨ ਕੀ ਨੇ ਕਿ ਸਾਡੀ ਜਵਾਨੀ ਬੇਵਕਤੀ ਮੌਤ ਜੋ ਹੈ ਉਹ ਮਰ ਰਹੀ ਹੈ? ਅੱਜ ਇਸ ਬਾਬਤ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਤੇ ਸਾਡੇ ਨਾਲ ਉਚੇਚੇ ਤੌਰ ਤੇ ਹਮੇਸ਼ਾ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਰਹਿਣਗੇ ਡਾਕਟਰ ਹਰਸ਼ਿੰਦਰ ਕੌਰ। ਮੈਮ, ਬਹੁਤ ਬਹੁਤ ਸਵਾਗਤ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਵੇਖ ਰਹੇ ਨੇ ਸਭਨਾਂ ਨੂੰ ਨਿੱਘੀ ਫਤਿਹ। ਸੋ ਸਵਾਲ ਕਿ ਆਖਿਰਕਾਰ ਬੇਵਕਤੀ ਮੌਤ, ਬੱਚਿਆਂ ਦੇ ਵਿੱਚ ਆ ਜਾਣਾ, ਨੌਜਵਾਨਾਂ ਦੇ ਵਿੱਚ ਆ ਜਾਣਾ, ਜੋ ਕਈ ਸਵਾਲ ਖੜੇ ਕਰ ਦਿੰਦੀ ਹੈ। ਅਸੀਂ ਬੇਸ਼ੱਕ ਉਹਨਾਂ ਦੇ ਨਾਲ ਜੁੜੇ ਨਹੀਂ ਹੁੰਦੇ, ਅਸੀਂ ਅਖਬਾਰਾਂ ਰਾਹੀਂ, ਰਿਪੋਰਟਾਂ ਰਾਹੀਂ ਖਬਰਾਂ ਪੜ੍ਹਦੇ ਹਾਂ, ਲੇਕਿਨ ਇੱਕ ਵਾਰੀ ਰੂਹ ਕੰਬਾ ਦਿੰਦੀ ਹੈ ਕਿ ਇੰਨੀ ਕੁ ਜੀ ਉਮਰ 'ਚ ਮੌਤ ਦਾ ਆ ਜਾਣਾ ਆਖਿਰਕਾਰ ਕਿਉਂ? ਕਾਰਨ ਕੀ ਨੇ? ਹਾਂ, ਬਿਲਕੁਲ ਤੁਸੀਂ ਸਹੀ ਕਹਿੰਦੇ ਹੋ ਕਿ ਕਈ ਚੀਜ਼ਾਂ ਵਾਕਈ ਖੋਹ ਜਿਹੀ ਪੈਂਦੀ ਹੈ ਦਿਲ 'ਚ, ਕਿਉਂਕਿ ਜਿਨ੍ਹਾਂ ਦੇ ਘਰਾਂ ਵਿੱਚ ਇਸ ਤਰ੍ਹਾਂ ਦੇ ਨੌਜਵਾਨ ਬੱਚੇ ਤੁਰ ਜਾਣ, ਜਾਂ ਨਿੱਕੇ ਨਿੱਕੇ ਬਾਲ ਜਿਨ੍ਹਾਂ ਨੇ ਅਜੇ ਖਿੜਨਾ ਹੁੰਦਾ, ਉਹ ਤੁਰ ਜਾਣ, ਉਸ ਘਰ ਵਿੱਚ ਕੀ ਵਾਪਰਦੀ ਅਸੀਂ ਸਮਝ ਸਕਦੇ ਹਾਂ। ਜੀ। ਪਰ ਇਹ ਪਹਿਲੀ ਐਸੀ ਸਟੱਡੀ ਛਪੀ ਜਿਹਦੇ ਵਿੱਚ ਲਗਭਗ 3.25 ਲੱਖ ਬੱਚਿਆਂ ਦੇ ਉੱਤੇ ਖੋਜ ਕੀਤੀ ਗਈ ਹੈ, ਤੇ ਉਹ ਵੀ ਵੱਖੋ ਵੱਖਰੇ ਮੁਲਕਾਂ ਦੇ ਵਿੱਚ, ਜਿਨ੍ਹਾਂ ਵਿੱਚ ਅਮਰੀਕਾ, ਕੈਨੇਡਾ, ਸਵੀਡਨ ਦੇ ਵਿੱਚ ਵੀ, ਯਾਨੀ ਯੂਰਪ ਦੇ ਵੱਖੋ ਵੱਖਰੇ ਹਿੱਸਿਆਂ ਵਿੱਚ। ਸੋ ਇਹ ਬ੍ਰਿਟਿਸ਼ ਮੈਡੀਕਲ ਜਰਨਲ ਦੇ ਵਿੱਚ ਛਪ ਚੁੱਕੀ ਜੇ। ਉਹਦੇ ਵਿੱਚ ਸਪੈਸ਼ਲੀ ਇਹ ਖਾਸ ਤੌਰ ਤੇ ਉਹਦੇ ਵਿੱਚ ਲਿਖਿਆ ਕਿ ਭਈ ਇਹਨਾਂ ਗੱਲਾਂ ਵੱਲ ਗੌਰ ਕਰੋ ਜਿਹਦੇ ਉੱਤੇ ਉਹਨਾਂ ਸਰਕਾਰਾਂ, ਯਾਨੀ ਉਹਨਾਂ ਮੁਲਕਾਂ ਦੀਆਂ ਸਰਕਾਰਾਂ ਇਹੋ ਜਿਹੀਆਂ ਖੋਜਾਂ ਤੇ ਤੁਰੰਤ ਕੁਝ ਨਾ ਕੁਝ ਐਕਸ਼ਨ ਲੈਣ ਬਾਰੇ ਸੋਚਦੀਆਂ ਵੀ ਨੇ। ਸੋ ਇਹ ਇਸ ਵੇਲੇ ਦੀ ਛਪੀ ਜਿਨ੍ਹਾਂ 'ਚ ਸਰਕਾਰਾਂ ਨੂੰ ਆਦੇਸ਼ ਹੀ ਲਗਭਗ ਦਿੱਤੇ ਗਏ ਨੇ ਵੀ ਗੌਰ ਕਰ ਲਓ, ਨਹੀਂ ਇਹ ਨੌਜਵਾਨ ਮੌਤਾਂ ਵਧੀ ਜਾਣਗੀਆਂ ਤੇ ਫਿਰ ਇਹ ਕੰਮ ਖਰਾਬੀ ਵੱਲ ਤੁਰ ਸਕਦਾ। ਉਹ ਜੇ ਖੋਜ ਨੂੰ ਥੋੜਾ ਡਿਟੇਲ ਵਿੱਚ ਦੇਖੀਏ ਤਾਂ ਕਾਫੀ ਕੁਝ ਅਜਿਹੇ ਮੁੱਦੇ ਲੱਭਦੇ ਨੇ ਜਿਹੜੇ ਸ਼ਾਇਦ ਜਿਨ੍ਹਾਂ 'ਚੋਂ ਕੁਝ ਕੁ ਸਾਨੂੰ ਵੀ ਸ਼ਾਇਦ ਆਪਣੇ ਮੁਲਕ ਅੰਦਰ ਝਾਤ ਮਾਰਨੇ ਚਾਹੀਦੇ ਨੇ, ਕਿ ਕਿਉਂਕਿ ਇਹੋ ਜਿਹੀਆਂ ਖੋਜਾਂ, ਜਾਂ ਕਹਿ ਲਓ ਕਿ ਇਨਸਾਨੀ ਜ਼ਿੰਦਗੀ ਦੀ ਅਸੀਂ ਉਹ ਕੀਮਤ ਮੰਨੀ ਨਹੀਂ। ਮੂਲੀਆਂ ਗਾਜਰਾਂ ਵਾਂਗ ਅਸੀਂ ਵੱਢ ਕੇ ਸੁੱਟ ਦਿੰਦੇ ਆ, ਤੇ ਜਿੰਨੇ ਕੁ ਮਨੁੱਖੀ ਹੱਕਾਂ ਦਾ ਘਾਣ ਅਸੀਂ ਕਰ ਜਾਂਦੇ ਆ, ਉਹ ਵਾਕਈ ਕਈ ਵਾਰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਕਿ ਉਹਦੇ ਲਈ ਜਿਹੜਾ ਆਵਾਜ਼ ਵੀ ਕੋਈ ਕੱਢਦਾ
ਉਹ ਦੇਸ਼ ਧਰੋਹ ਦਾ ਮੁਕੱਦਮਾ ਉਹਦੇ ਉੱਤੇ ਦਰਜ ਕਰ ਦਿੰਦੇ ਨੇ ਕਿ ਇਹ ਕਿਉਂ ਗੱਲ ਕੀਤੀ। ਯਾਨੀ ਮਨੁੱਖੀ ਕਤਲ ਸਾਡੇ, ਜਾਂ ਜਿਸ ਤਰੀਕੇ ਨਾਲ ਮਨੁੱਖੀ ਹੱਕਾਂ ਦਾ ਘਾਣ, ਉਹ ਸਾਡੇ ਤਾਂ ਆਮ ਜਿਹੀ ਗੱਲ ਹੈ। ਖੈਰ, ਕਿਉਂਕਿ ਇਹ ਮੌਤਾਂ ਲਗਭਗ ਜਿਸ ਤਰੀਕੇ ਇਹ ਵਾਧਾ ਦੱਸਦੇ ਨੇ 200% ਬਹੁਤ ਵੱਡੀ ਗਿਣਤੀ, 200% ਆਖਰ ਕਿਉਂ ਇਹ ਇੰਨੇ ਪਿਛਲੇ 20 ਸਾਲਾਂ ਵਿੱਚ ਇਹ ਹੌਲੀ ਹੌਲੀ ਵਧਿਆ, ਜਿਨ੍ਹਾਂ ਵਿੱਚ ਆਖਰੀ ਜਿਹੜੇ ਹੁਣੇ 8 ਕੁ ਸਾਲਾਂ ਵਿੱਚ ਇਹ ਮੌਤ ਦਰ ਹੋਰ ਵੀ ਵੱਧ ਗਈ। ਕਾਰਨ ਆਖਰ ਕੀ? ਹੁਣ ਇਹਦੇ ਵਿੱਚ ਉਹਨਾਂ ਨੇ ਜੋ ਸਟੱਡੀ ਮੈਂ ਦੱਸਿਆ ਕਈ ਮੁਲਕਾਂ ਦੀ ਇਕੱਠੀ ਹੋਈ ਸੀ, ਅਲੱਗ-ਅਲੱਗ ਮੈਡੀਕਲ ਕਾਲਜ ਵਿੱਚ, ਸਰਵੇਲੈਂਸਿਸ ਵਿੱਚ, ਫਿਰ ਕਈ ਤਰ੍ਹਾਂ ਦੇ ਖੋਜੀ ਜਿਨ੍ਹਾਂ ਵਿੱਚ ਟੋਰਾਂਟੋ ontario ਦੀ ਯੂਨੀਵਰਸਿਟੀ ਵੀ ਸ਼ਾਮਲ ਹੋਈ, ਹੋਰ ਵੀ। ਹੁਣ ਇਹਦੇ ਵਿੱਚ ਉਹਨਾਂ ਨੇ ਜੋ ਸਪਸ਼ਟ ਰਿਪੋਰਟਾਂ ਕੱਢੀਆਂ, ਫਿਰ ਉਹਨਾਂ ਦੇ ਕਾਰਨ ਵੀ ਆਪਾਂ ਦੱਸਦੇ ਹਾਂ। ਉਹਦੇ ਵਿੱਚ ਲਿਖਿਆ ਉਹਨਾਂ ਨੇ ਕਿ ਇਸ ਵੇਲੇ ਦੇ ਜੋ ਪਿਛਲੇ ਸਿਰਫ 3 ਸਾਲਾਂ ਵਿੱਚ ਮੁੰਡਿਆਂ ਵਿੱਚ, ਉਹਨਾਂ ਨੇ ਕਿਹਾ ਬੇਟਿਆਂ ਵਿੱਚ, ਕਿਉਂਕਿ ਉਮਰ ਉਹਨਾਂ ਨੇ ਲਈ ਹੈ 1 ਤੋਂ ਲੈ ਕੇ 24 ਸਾਲ ਤੱਕ ਦੀ, ਜਿਨ੍ਹਾਂ ਵਿੱਚ ਮੈਕਸਿਮਮ ਡੈਥਸ ਉਹ ਕਹਿੰਦੇ ਨੇ 13 ਤੋਂ 15 ਸਾਲਾਂ ਦੇ ਵਿੱਚ ਹੋ ਰਹੀਆਂ ਨੇ। ਸੋ ਉਹਨਾਂ ਵਿੱਚ ਉਹਨਾਂ ਨੇ ਕਿਹਾ ਕਿ ਜੋ ਅਸੀਂ ਦੇਖਿਆ ਇਹਨਾਂ ਵਿੱਚ ਕਿ ਮੁੰਡਿਆਂ ਵਿੱਚ ਇਹ ਮੌਤਾਂ ਵੱਧ ਸਨ, ਜਿਨ੍ਹਾਂ ਵਿੱਚ 15 ਸਾਲ ਤੋਂ ਪਹਿਲਾਂ ਕਿਸੇ ਨਾ ਕਿਸੇ ਸੱਟ ਕਾਰਨ, ਐਕਸੀਡੈਂਟ ਕਾਰਨ, ਜਾਂ ਲੜਾਈ ਦੇ ਵਿੱਚ, ਜਾਂ ਕਿਸੇ ਵੀ ਤਰੀਕੇ, ਜਾਂ ਡਿਪਰੈਸ਼ਨ ਕਾਰਨ, ਕੋਈ ਵੀ ਜੋ ਕਾਰਨ ਜੋ ਆਪਾਂ ਅੱਗੋਂ ਹੋਰ ਡਿਸਕਸ ਕਰਾਂਗੇ, ਉਹਨਾਂ ਵਿੱਚ ਵਾਧਾ 30%, 30% ਹੋ ਗਿਆ ਜੀ। ਬਹੁਤ ਵੱਡੀ ਜੇ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਹੁਣ ਇਹ ਜਿਹੜਾ ਬੇਟੀਆਂ ਦੇ ਵਿੱਚ ਕਹੀਏ ਉਹ 28%, ਪਰ ਪਿਛਲੇ 2 ਸਾਲਾਂ ਵਿੱਚ ਜ਼ਰਾ ਧਿਆਨ ਕਰਿਓ, ਹੁਣ ਉਹ ਕਹਿੰਦੇ ਨੇ ਕਿ ਜੋ ਅਸੀਂ 30% ਵਾਧਾ ਕਹਿ ਰਹੇ ਸਾਂ ਮੁੰਡਿਆਂ ਵਿੱਚ, ਉਹ ਵੱਧ ਕੇ 65% ਹੋ ਗਿਆ, ਤੇ ਜਿਹੜਾ 28% ਕੁੜੀਆਂ 'ਚ ਸੀ ਵੱਧ ਕੇ 51% ਹੋ ਗਿਆ। ਇਹ ਮੈਂ ਤੁਹਾਨੂੰ ਕਾਰਨ ਜਦੋਂ ਦੱਸਾਂਗੀ ਤੁਸੀਂ ਸਮਝੋਗੇ ਉਹਦੇ ਵਿੱਚ ਕੀ ਉਹ ਦੱਸਦੇ ਨੇ। ਇਸੇ ਤਰ੍ਹਾਂ ਉਹਨਾਂ ਨੇ ਕਿਹਾ ਜਿਹੜੀਆਂ ਮੌਤਾਂ ਹਸਪਤਾਲਾਂ ਤੋਂ ਬਾਹਰ, ਯਾਨੀ ਜੋ ਬਿਮਾਰੀ ਕਾਰਨ ਨਹੀਂ, ਜੋ ਹੋਰ ਕਾਰਨਾਂ ਕਰਕੇ ਹੋਈਆਂ ਸੀ, ਉਹਦੇ ਵਿੱਚ ਉਹਨਾਂ ਨੇ ਕਿਹਾ 35% ਸੀ 1 ਸਾਲ ਤੇ 66% ਵਾਧਾ ਹੋ ਗਿਆ 22 ਸਾਲ ਤੱਕ ਜਾਂਦੇ ਜਾਂਦੇ। ਯਾਨੀ ਹਸਪੀਟਲ ਦੇ ਅੰਦਰ ਬਿਮਾਰੀ ਜੋ ਬਿਮਾਰੀਆਂ ਕਾਰਨ ਹੋਣੀ ਸੀ, ਉਸ ਤੋਂ ਇਲਾਵਾ ਜਿਹੜੀਆਂ ਹੋਰ ਮੌਤਾਂ ਨੇ, ਕਾਰਨ ਉਹ ਦੱਸਦੇ ਨੇ। ਹੁਣ ਕਿਹਨਾਂ ਵਿੱਚ ਇਹ ਵੱਧ ਲੱਭੀ ਗਈ? ਉਹਨਾਂ ਨੇ ਦੇਖਿਆ ਕਿ ਜਦੋਂ ਇਹ ਸਾਰਾ ਸਰਵੇਖਣ ਕੀਤਾ ਗਿਆ ਵੀ ਮੁੰਡੇ ਜ਼ਿਆਦਾ ਅਸਰ ਅਧੀਨ ਆ ਰਹੇ ਨੇ, ਇਹ ਉਹਨਾਂ ਦੀ ਮੌਤ ਦਰ ਵੱਧ ਰਹੀ ਹੈ। ਦੂਸਰੀ ਇੰਟਰਸਟਿੰਗ ਚੀਜ਼ ਉਹਨਾਂ ਨੇ ਦੇਖੀ ਕਿ ਜਿਹੜੇ ਲੋ ਸੋਸ਼ੀਓ ਇਕਨੋਮਿਕ ਸਟੇਟਸ ਦੇ ਸੀ, ਯਾਨੀ ਜਿਹੜੇ ਉਹਨੇ ਤੁਸੀਂ ਕਹਿ ਲਓ ਰੱਜੇ ਪੁੱਜੇ ਨਹੀਂ ਸਨ, ਗਰੀਬ ਘਰਾਂ ਚੋਂ ਸਨ, ਉਹਨਾਂ ਵਿੱਚ ਇਹ ਮੌਤ ਦਰ ਵੱਧਦੀ ਸੀ। ਤੇ ਤੀਸਰੀ ਉਹਨਾਂ ਨੇ ਚੀਜ਼ ਜੋ ਹੋਰ ਸਾਹਮਣੇ ਲਿਆਈ ਕਿ ਇਹਨਾਂ ਵਿੱਚ ਵੀ, ਹੁਣ ਇਹ ਇੰਟਰਸਟਿੰਗ ਚੀਜ਼ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਵਿੱਚ ਯਾਨੀ ਉਹ ਮੁਲਕ ਜਿਨ੍ਹਾਂ ਦੇ ਵਿੱਚ ਇਸ ਵੇਲੇ ਅਸੀਂ ਆਮਦਨ ਦੀ ਗੱਲ ਕਰਦੇ ਹਾਂ ਬੜੀ ਚੰਗੀ ਆ, ਆਪਾਂ ਵੀ ਇੱਥੇ ਖੁਦਕੁਸ਼ੀਆਂ ਸਾਡੇ ਕਿਸਾਨਾਂ ਦੀਆਂ ਹੋ ਰਹੀਆਂ ਨੇ, ਮੈਂ ਥੋੜਾ ਕੰਪੇਅਰ ਕਰਕੇ ਦੱਸ ਦਿਆਂ ਜੀ। ਉਹਨਾਂ ਨੇ ਕਿਹਾ ਕਿ ਜਿਹੜੇ ਹੈਗੇ ਨੇ ਉੱਥੇ ਅਮਰੀਕਨ ਇੰਡੀਅਨ ਜਾਂ ਬਲੈਕ ਯੂਥ, ਇਹ ਜੋ ਹੁਣ ਉਹਨਾਂ ਨੇ ਸਟੱਡੀ ਦੱਸੀ ਹੈ, ਉਹਨਾਂ ਵਿੱਚ ਮੌਤ ਦਰ ਕਾਫੀ ਵੱਧ ਹੁੰਦੀ ਦਿੱਤੀ ਹੈ। ਹੁਣ ਇਹਨਾਂ ਵਿੱਚ ਵੀ ਉਹਨਾਂ ਨੇ ਕਿਹਾ ਕਿ ਜਿਹੜਾ ਉਹਨਾਂ 'ਚ ਮੌਤ ਦਰ ਜਿਹੜੇ ਮਿਡਲ ਏਜਡ ਵਾਈਟ ਅਡਲਟਸ ਨੇ ਉਹਨਾਂ ਦੇ, ਯਾਨੀ ਜਿਹੜੇ ਉੱਥੋਂ ਦੇ ਵਸਨੀਕ ਨੇ, ਉਹਨਾਂ ਵਿੱਚ ਵੀ ਡਿਪਰੈਸ਼ਨ ਹੋਣੀ, ਜਾਂ ਵਾਧੂ ਸ਼ਰਾਬ ਜਾਂ ਹਥਿਆਰਾਂ ਦੀ ਵਰਤੋਂ ਕਾਰਨ ਉਹਨਾਂ ਦੀ ਜੋ ਉੱਥੋਂ ਦੇ ਵਸਨੀਕ ਵਾਲਿਆਂ ਦੇ, ਵਾਈਟ ਅਡਲਟਸ ਵਾਲਿਆਂ 'ਚ, ਉਹਨਾਂ ਨੇ 44 ਸਾਲ ਦੀ ਦੱਸੀ ਜੇ। ਯਾਨੀ ਜਿਹੜੇ ਬਾਹਰਲੇ ਮੁਲਕਾਂ ਤੋਂ ਮਾਈਗ੍ਰੇਟ ਹੋ ਕੇ ਉੱਥੇ ਜਾ ਰਹੇ ਨੌਜਵਾਨਾਂ ਵਿੱਚ ਸਡਨ ਕੀ ਹੋਇਆ ਕਿ 2 ਸਾਲਾਂ ਵਿੱਚ ਇੰਨੀ ਵੱਡੀ, ਤੁਸੀਂ ਆਪ ਹੀ ਸਮਝੋ, ਬਹੁਤ ਮਾਇਨੇ ਰੱਖਦੀ ਹੈ। 30 ਤੋਂ ਲੈ ਕੇ 65% ਜਾਂ 28 ਤੋਂ ਸਿੱਧਾ 51% ਵੱਧ ਜਾਣੀ। ਇਹ ਹੁਣ ਉਹ ਜੋ ਕਲੇਮ ਕਰਦੇ ਨੇ, ਕਿਉਂਕਿ ਮੈਂ ਉਹਨਾਂ ਦਾ ਇਹ ਜਰਨਲ ਹੀ ਲਈ ਬੈਠੀ ਹਾਂ, ਤੁਸੀਂ ਕੋਈ ਵੀ ਜਣਾ ਇਹ ਜਰਨਲ ਆਪ ਕੱਢ ਕੇ, ਉਹਦੀ ਥੋੜੀ ਬਹੁਤੀ ਪੇਮੈਂਟ ਹੈ, ਜੇ ਤੁਸੀਂ ਆਨਲਾਈਨ ਵੀ ਲੈਣਾ ਚਾਹੋ ਤਾਂ ਇਹਦੇ ਵਿੱਚੋਂ ਤੁਸੀਂ ਕੱਢ ਕੇ ਆਪ ਵੀ ਪੜ੍ਹ ਸਕਦੇ ਹੋ। ਇਹਦੇ ਵਿੱਚ ਹੁਣ ਉਹਨਾਂ ਨੇ ਕਾਰਨ ਜਿਹੜੇ ਸਾਰੇ ਵੱਖੋ ਵੱਖਰੇ ਹੁਣ ਲੱਭੇ ਅੱਗੋਂ, ਇੰਡੀਵਿਜੂਅਲ ਏਜ ਦੇ ਅਕੋਰਡਿੰਗ ਉਹ ਲੱਭੇ ਨੇ ਕਿ ਜਿਹੜੀਆਂ ਤਾਂ ਪਹਿਲੇ ਸਾਲ ਦੇ ਵਿੱਚ ਹੁਣ
ਇਹ ਥੋੜੀਆਂ ਜਿਹੀਆਂ ਅਹਿਮ ਗੱਲਾਂ ਨੇ ਕਿ ਜਿਹੜੀ ਜੀ। ਪਹਿਲੇ ਵਰੇ ਵਿੱਚ ਮੌਤਾਂ ਹੋ ਰਹੀਆਂ ਨੇ, ਜਿਹੜੀਆਂ ਅਮਰੀਕਾ, ਕੈਨੇਡਾ, ਯੂਰਪ, ਕਿਉਂਕਿ ਇਹਦੇ ਵਿੱਚ ਉਹਨਾਂ ਨੇ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਵਾਲੇ ਅਜੇ ਸ਼ਾਮਲ ਨਹੀਂ ਕੀਤੇ। ਵਿਕਸਿਤ ਮੁਲਕਾਂ 'ਚ ਸਿਰਫ ਇਹੀ ਸ਼ਾਮਲ ਕੀਤੇ ਗਏ ਨੇ ਜਿੱਥੇ ਖੋਜ ਹੋਈ ਹੈ। ਹੂੰ। ਹੁਣ ਉਹਨਾਂ ਨੇ ਕਿਹਾ ਕਿ 1 ਸਾਲ ਦੀ ਉਮਰ ਦੇ ਨੇੜੇ ਤੇੜੇ ਜਿਹੜੇ ਪਹੁੰਚਦਿਆਂ ਮਰ ਰਹੇ ਨੇ ਜਾਂ ਮੌਤਾਂ ਵੱਧ ਰਹੀਆਂ ਨੇ, ਉਹਨਾਂ ਵਿੱਚ ਜਮਾਂਦਰੂ ਨੁਕਸ ਕਾਫੀ ਵੱਧ ਦਿਸਣ ਲੱਗ ਪਏ ਨੇ। ਇਹ ਹੁਣ ਅੱਗੇ ਖੋਜ ਦੇ ਉੱਤੇ ਸਾਡੇ ਕੋਲ ਰਸਤੇ ਖੁੱਲ ਗਏ ਨੇ ਕਿ ਕੀ ਆਖਰ ਕੀ ਉੱਥੋਂ ਦੀ ਕੋਈ ਜੈਨੇਟਿਕ ਜੋ ਅਸੀਂ ਸਾਰੀ ਹੂੰ। ਕੰਪੋਜੀਸ਼ਨ ਚੇਂਜ ਕਰ ਰਹੇ ਹਾਂ, ਕਿ ਖੁਰਾਕ ਉਹਨਾਂ ਦੀ ਲਗਭਗ ਸਾਰੇ ਤਰ੍ਹਾਂ ਦੇ ਕ੍ਰੌਪਸ ਨੇ ਜਿਹੜੇ ਜੈਨੇਟਿਕਲੀ ਮੋਡੀਫਾਈਡ ਹੋ ਚੁੱਕੇ ਹੋਏ ਨੇ। ਤੁਸੀਂ ਗਾਜਰਾਂ ਦਾ ਟੇਸਟ ਦੇਖ ਸਕਦੇ ਹੋ, ਜਾਂ ਹੋਰ ਵੀ ਅਲੱਗ-ਅਲੱਗ ਸਬਜ਼ੀਆਂ ਦੇ ਤੁਸੀਂ ਤਬਦੀਲੀ ਦੇਖ ਸਕਦੇ ਹੋ। ਹੂੰ। ਮੈਂ ਬਿਲਕੁਲ ਕਿਸੇ ਪਾਸਿਓਂ ਇਹ ਨਹੀਂ ਕਹਿ ਰਹੀ ਕਿ ਉਹ ਕਾਰਨ ਜੇ। ਇਹਦੇ ਵਿੱਚ ਉਹਨਾਂ ਨੇ ਸ਼ੱਕ ਜਤਾਏ ਨੇ, ਸ਼ੰਕੇ ਨੇ ਕਿ ਇਹਨਾਂ ਤੇ ਖੋਜ ਚਾਹੀਦੀ ਹੈ ਕਿ ਕਿਉਂ ਆਖਰ ਇੰਨੀ ਵੱਡੀ ਗਿਣਤੀ ਵਿੱਚ ਹੁਣ ਇਹ ਮੌਤਾਂ ਜਮਾਂਦਰੂ ਨੁਕਸਾਂ ਕਰਕੇ ਹੋਣ ਲੱਗੀਆਂ। ਹੁਣ ਅਗਲੀ ਸੁਣੋ ਚੀਜ਼, ਬਹੁਤ ਵੱਧ ਉਹਨਾਂ ਨੇ ਕਿਹਾ ਕ੍ਰੋਮੋਸੋਮਲ ਅਨੈਮਲੀਜ਼ ਹੋਣ ਲੱਗ ਗਈਆਂ ਨੇ, ਨਾਲੋਂ ਨਾਲ ਵਕਤ ਤੋਂ ਪਹਿਲਾਂ ਪੈਦਾ ਹੋਣਾ। ਉਹਦੇ ਵਿੱਚ ਹੁਣ ਅਹਿਮ ਰੋਲ ਉਹਨਾਂ ਨੇ ਕਿਹਾ ਕਿ ਵੱਧਦਾ ਜਾਂਦਾ ਤਣਾਅ, ਹੂੰ। ਘਰੇਲੂ ਹਿੰਸਾ। ਇਹ ਹੁਣ ਮੈਂ ਤੁਹਾਨੂੰ ਉਹਨਾਂ ਮੁਲਕਾਂ ਦੀ ਦੱਸ ਰਹੀ ਹਾਂ, ਇਹ ਭਾਰਤ ਦੀ ਰਿਪੋਰਟ ਨਹੀਂ ਹੈ। ਹੁਣ ਇਹਦੇ ਵਿੱਚ ਉਹਨਾਂ ਦਾ ਵੱਧਦਾ ਜਾਂਦਾ ਤਣਾਅ, ਜੋ ਉਹਨਾਂ ਨੇ ਕਿਹਾ ਕਿ ਕੰਮਕਾਰਾਂ ਦਾ ਛੁੱਟਣਾ ਹੂੰ। ਜਾਂ ਆਪਸੀ ਉਹਨਾਂ ਦਾ ਉਹਨਾਂ ਸਮਾਂ ਨਾ ਮਿਲਣਾ ਕਿ ਹਸਬੈਂਡ ਵੱਖ ਕੰਮ ਹੂੰ। ਤੇ, ਵਾਈਫ ਵੱਖ ਕੰਮ ਤੇ, ਬਾਕੀ ਸਾਰੇ ਯਾਨੀ ਬੱਚੇ ਵੱਖਰੇ ਦੌੜੇ ਭੱਜੇ, ਕੋਈ ਆਪਸ ਵਿੱਚ ਉਹਨਾਂ ਦਾ ਉਹ ਕਮਿਊਨੀਕੇਸ਼ਨ ਗੈਪ। ਤਾਂ ਮਿਲਣਾ। ਹਾਂਜੀ ਬਿਲਕੁਲ, ਹੂੰ। ਕਮਿਊਨੀਕੇਸ਼ਨ ਗੈਪ ਤੇ ਉਹ ਜੋ ਤੁਸੀਂ ਆਪਣੇ ਮਨ ਅੰਦਰਲਾ ਤੁਹਾਡੇ ਉਤਾਰ ਚੜਾਅ ਹੁੰਦੇ ਨੇ ਕੋਈ ਸ਼ੇਅਰ ਕਰਨੇ, ਉਹ ਨਹੀਂ ਹਨ। ਸੋ ਇਹ ਉਹਨਾਂ ਨੇ ਇੱਕ ਕਾਰਨ ਲੱਭਿਆ ਕਿ ਉਹਦੇ ਵਿੱਚ ਵਕਤ ਤੋਂ ਪਹਿਲਾਂ ਬੱਚਿਆਂ ਦਾ ਪੈਦਾ ਹੋਣਾ, ਜਿੱਥੇ ਮਾਂ ਦਾ ਪੂਰਾ ਆਰਾਮ ਨਾ ਹੋਣਾ, ਹੂੰ। ਭੱਜ ਦੌੜ, ਤਣਾਅ, ਹੂੰ। ਤੇ ਨਾਲ ਇੱਕ ਅਹਿਮ ਗੱਲ ਕੀਤੀ, ਸੰਤੁਲਿਤ ਖੁਰਾਕ ਮਾਂ ਦੀ ਨਾ ਹੋਣਾ। ਬਿਲਕੁਲ। ਸੋ ਔਰ ਇਹ ਉਹਦੇ ਬਹੁਤ ਵਿੱਚ ਵੱਡਾ ਕਾਰਨ। ਬਿਲਕੁਲ, ਐਂਡ ਉਹਦੇ ਵਿੱਚ ਦੇਖੋ ਨਾ, ਤੁਸੀਂ ਦੌੜਦੀਆਂ ਭੱਜਦੀਆਂ ਸਾਡੀਆਂ ਉੱਥੋਂ ਦੀਆਂ ਜੋ ਹਨ, ਜੋ ਕਿ ਇੱਥੋਂ ਦੇ, ਕਿਉਂਕਿ ਇਹਨਾਂ ਨੇ ਬਹੁਤੇ ਉਹਨਾਂ ਤੇ ਕੱਢਿਆ ਜੇ ਜਿਹੜੇ ਬਲੈਕ ਯੂਥ ਜਾਂ ਅਮਰੀਕਨ ਇੰਡੀਅਨਸ ਜਿਹੜੇ ਜਿਨ੍ਹਾਂ 'ਚ ਮੌਤਾਂ ਵੱਧ ਹੋ ਰਹੀਆਂ ਨੇ, ਜਾਂ ਜਿਹੜੇ ਇਮੀਗ੍ਰੈਂਟਸ ਉਹਨਾਂ ਨੇ ਸ਼ਬਦ ਵਰਤਿਆ ਹੂੰ। ਉਹਦੇ ਵਿੱਚ, ਕਿ ਇਹਨਾਂ ਦੀ ਇੰਨੀ ਕੁ ਭੱਜ ਦੌੜ ਦੇ ਵਿੱਚ ਇਹ ਸ਼ਾਮਲ ਨੇ ਕਿ ਖੁਰਾਕ ਦਾ ਖਿਆਲ ਰੱਖ ਹੀ ਨਹੀਂ ਸਕਦੇ। ਗ੍ਰੀਨ ਵੈਜੀਟੇਬਲਸ ਘਟ ਰਹੀਆਂ ਨੇ, ਉਹ ਰੈਡੀਮੇਡ ਖਾਣਿਆਂ ਵੱਲ ਬੱਚੇ ਜਾਣ ਲੱਗ ਪਏ ਨੇ, ਕਿਉਂਕਿ ਮੌਤ ਦਰ ਵੱਲ ਧਿਆਨ ਕਰੋ, 1 ਤੋਂ 24। ਹੁਣ ਜੀ। ਇਹ ਮਾਵਾਂ ਦੀ ਖੁਰਾਕ ਦਾ ਉਹਨਾਂ ਦੇ ਅੰਦਰ ਪਲ ਰਹੇ ਬੱਚਿਆਂ ਤੇ ਕਿਵੇਂ ਅਸਰ ਹੋ ਰਿਹਾ ਕਿ ਮੌਤ ਦਰ ਉਹਨਾਂ ਦੀ ਵਧਣ ਲੱਗ ਗਈ ਹੋਵੇ। ਹੁਣ ਇਹਦੇ ਵਿੱਚ ਹੋਰ ਇੱਕ ਅਹਿਮ ਚੀਜ਼ ਜੋ ਉਹਨਾਂ ਨੇ ਨਾਲ ਐਡ ਕੀਤੀ ਕਿ ਜਿੰਨੇ ਇੱਥੇ ਦੇ ਤਾਂ ਹਾਨੀ, ਹੁਣ ਉਹ ਕਹਿ ਰਹੇ ਨੇ ਕਿ ਜਿਹੜੇ ਜਿਹੜੇ ਅਸੀਂ ਇਹਨਾਂ 'ਚ ਫੈਕਟਰਸ ਯੂਜ਼ ਕਰ ਰਹੇ ਹਾਂ, ਉਹਦੇ ਵਿੱਚ ਇੱਕ ਇੰਜਰੀ ਉਹਨਾਂ ਨੇ ਇੱਕ ਖਾਸ ਅਹਿਮ ਲੱਗਿਆ 5 ਸਾਲ ਦੀ ਉਮਰ ਤੱਕ ਦੇ ਬੱਚਿਆਂ ਵਿੱਚ। ਹੂੰ। ਹੁਣ ਇੰਜਰੀ ਵਿੱਚ ਉਹਨਾਂ ਨੇ ਲਿਆ ਕਿ ਘਰੇਲੂ ਹਿੰਸਾ ਵਿੱਚ ਬੱਚਿਆਂ ਨਾਲ ਮਾਰ ਕੁਟਾਈ, ਇਮੀਗ੍ਰੈਂਟਸ ਉਹਨਾਂ ਨੂੰ ਡਰਾ ਧਮਕਾ ਕੇ ਗੁਸਲਖਾਨਿਆਂ 'ਚ ਲਿਜਾ ਕੇ ਥੱਪੜ ਮਾਰਨੇ, ਕੁੱਟਣਾ, ਇਹ ਉਹਨਾਂ ਨੇ ਕਿਹਾ ਕਿ ਇਮੀਗ੍ਰੈਂਟਸ ਵਿੱਚ ਆਮ ਹੈ। ਜਦੋਂ ਇਹ ਖਬਰ ਬਾਹਰ ਨਿਕਲਦੀ ਹੈ, ਕਿਉਂਕਿ ਜਿਹੜੇ ਉੱਥੋਂ ਦੇ ਬੱਚੇ ਨੇ ਉਹ ਝਟਪਟ ਕੰਪਲੇਂਟ ਵੀ ਕਰ ਦਿੰਦੇ ਨੇ, ਪੁਲਿਸ ਲੈ ਵੀ ਜਾਂਦੀ ਜੇ ਉਹਨਾਂ ਨੂੰ, ਪਰਾਂ ਵੀ ਕਰ ਦਿੰਦੀ ਇਹੋ ਜਿਹੇ ਮਾਪਿਆਂ ਤੋਂ। ਪਰ ਜਿੰਨੇ ਕੁ ਉਹਨਾਂ ਨੇ ਕਿਹਾ ਕਿ ਇੱਥੋਂ ਇਮੀਗ੍ਰੈਂਟਸ ਜਾਂਦੇ ਨੇ, ਉਹ ਇਹ ਮਾਰ ਕੁਟਾਈ ਜਾਂ ਲਫ਼ਜ਼ੀ ਡਰਾਉਣਾ ਧਮਕਾਉਣਾ, ਤੈਨੂੰ ਬਾਹਰ ਸੁੱਟ ਆਵਾਂਗੇ, ਤੈਨੂੰ ਚੁਕਾ ਦਾਂਗੇ, ਤੈਨੂੰ ਜੇਲ੍ਹ 'ਚ ਭੇਜ ਦਿੰਦੇ ਆ, ਬੇਦਖਲ ਕਰ ਦਾਂਗੇ, ਵਾਪਸ ਇੰਡੀਆ ਚਲਾ ਜਾ, ਜਾਂ ਵਾਪਸ ਜਿਹੜੇ ਵੀ ਮੁਲਕ 'ਚੋਂ ਆਇਆ। ਸੋ ਇਸ ਕਿਸਮ ਦਾ ਉਹਨਾਂ ਬੱਚਿਆਂ ਵਿੱਚ ਇੰਨੀ ਕੁ ਡਰ ਪੈਦਾ ਕਰ ਦਿੰਦੇ ਨੇ ਕਿ ਉਹ ਡਰ ਦੇ ਮਾਹੌਲ ਵਿੱਚ ਉੱਥੇ ਕਈ ਕਿਸਮਾਂ ਦੇ ਰੋਗ ਮਾਨਸਿਕ ਪਾਲ ਲੈਂਦੇ ਨੇ। ਹੁਣ ਇਹਨਾਂ 'ਚ ਮਾਨਸਿਕ ਰੋਗਾਂ ਦੇ ਵਿੱਚ ਉਹਨਾਂ ਨੇ ਇੱਕ ਖਾਸ ਜ਼ਿਕਰ ਕੀਤਾ ਹੂੰ। ਕਿ ਔਟਿਜ਼ਮ ਤੇ ADHD ਇਹਨਾਂ ਬੱਚਿਆਂ ਵਿੱਚ ਕਾਫੀ ਵੱਧ ਜੇ। ਘਰਾਂ ਵਿੱਚ ਤੁਸੀਂ ਹੋਰ ਬੋਲੀ, ਬਾਹਰ ਹੋਰ ਬੋਲੀ, ਤੇ ਇਹਨਾਂ ਹੂੰ। ਬੱਚਿਆਂ ਦਾ ਇੱਕਦਮ ਸ਼ਾਂਤ ਹੋ ਜਾਣਾ ਜਾਂ ਘਰ ਦੇ ਮਾਹੌਲ ਤੋਂ ਡਰਨਾ ਤ੍ਰਹਿਣਾ। ਕਈ ਘਰਾਂ ਵਿੱਚ ਉਹ ਮਾਵਾਂ ਨਾਲ ਇੰਨੀ ਕੁ ਹਿੰਸਾ ਹੋ ਰਹੀ ਹੈ, ਉਹਨਾਂ ਦੇ ਪਾਸਪੋਰਟਸ ਖੋਲੇ ਜਾਂਦੇ ਨੇ ਜਾਂ ਉਹਨਾਂ ਨਾਲ ਡਰਾ ਧਮਕਾ ਕੇ ਕਾਫੀ ਕੁਛ, ਯਾਨੀ ਤੁਹਾਡਾ ਪਿੱਛੇ ਭੇਜ ਦਾਂਗੇ ਜਾਂ ਪਿੱਛੇ ਮਾਪਿਆਂ ਨੂੰ ਅਸੀਂ ਵੇਖ ਲਾਂਗੇ, ਸਾਡੇ ਪੁਲਿਸ 'ਚ ਤਲਕਾਤ ਨੇ। ਇਹੋ ਜਿਹੇ ਅਨੇਕ ਕਾਰਨ ਭਰਿਆ ਪਿਆ ਜੇ, ਏਡੀ ਵੱਡੀ ਸਟੱਡੀ ਹੈ
ਜਿਸ ਅਧੀਨ ਸਮਝ ਆ ਰਹੀ ਹੈ ਕਿ ਨੌਜਵਾਨ ਮੌਤਾਂ ਕਿਉਂ। ਹੁਣ ADHD ਤੇ ਔਟਿਜ਼ਮ ਦੀ ਗੱਲ ਕਰੀਏ, ਇਹਦਾ ਮਤਲਬ ਹੈ ਕਿ ਅਸੀਂ ਇੱਕ ਅਜਿਹਾ ਮਾਨਸਿਕ ਰੋਗੀ ਬੱਚਾ, ਜਿਸ 'ਚ 3 ਪੇਜਾਂ ਵਿੱਚ ਸਿਰਫ ਮਾਨਸਿਕ ਰੋਗ ਦੱਸੇ ਨੇ, ਜਿਹੜੇ ਸਾਡੇ ਬੱਚਿਆਂ ਨੂੰ, ਯਾਨੀ ਜਿਹੜੇ ਬਾਹਰ, ਮੈਂ ਸਿਰਫ ਆਪਣੇ ਗੱਲ ਨਹੀਂ ਕਰ ਰਹੀ, ਬਲੈਕ ਯੂਥ ਵਿੱਚ ਯਾਨੀ ਅਮਰੀਕਨ ਇੰਡੀਅਨਸ, ਉਹਨਾਂ ਨੇ ਖਾਸ ਤੌਰ ਤੇ ਲਫ਼ਜ਼ ਕਹੇ ਨੇ ਕਿ ਇਹਨਾਂ ਵਿੱਚ ਜਿਸ ਤਰੀਕੇ ਦੇ ਇਹ ਹੌਲੀ ਹੌਲੀ, ਹੁਣ ਅਹਿਮ ਨੁਕਤਾ ਜੇ ਕਿਉਂ ਉਹ ਕਹਿੰਦੇ ਨੇ ਸਡਨ ਵਧਿਆ, ਕਿ ਇਹਨਾਂ ਦੀ ਫਾਇਰ ਆਰਮ ਇੰਜਰੀਜ਼ ਤਾਂ ਉਹ ਕਹਿੰਦੇ ਨੇ ਪਹਿਲਾਂ ਹੀ ਸੀ, ਸਾਡੇ ਹਥਿਆਰ ਇੱਥੇ ਪਹਿਲਾਂ ਹੀ ਸੀ। ਪਰ ਹੁਣ ਜਿਹੜਾ ਨਾਲੋਂ ਨਾਲ ਉਹਨਾਂ ਨੇ ਐਡ ਕੀਤਾ ਕਿ ਜਿਸ ਤਰੀਕੇ ਦਾ ਨਸ਼ੇ ਦੀ ਵਰਤੋਂ ਦਾ ਇਸ ਵੇਲੇ ਵਿਸਥਾਰ ਹੋਇਆ, ਜੋ ਕਿ ਬਹੁਤ ਭਾਰੀ ਮਾਤਰਾ ਵਿੱਚ ਇੱਕਦਮ ਉਛਾਲ ਆਇਆ, ਜਿਨੇ ਇੰਨੇ ਭਾਰੀ ਗਿਣਤੀ 'ਚ ਸਾਡੇ ਬੱਚੇ ਦਬੋਚ ਲਏ। ਮੈਂ ਇੱਕ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਹਾਂ, ਜਿਹੜੀ ਲਾਅ ਦੇ ਅਧੀਨ ਮੈਂ ਪੂਰੀ ਗਿਣਤੀ ਦੱਸ ਨਹੀਂ ਸਕਦੀ, ਸਾਡੇ ਕਾਨੂੰਨ ਅਜਿਹੇ ਨੇ, ਪਰ ਬਹੁਤ ਸਾਰੇ ਉਹ ਬੱਚੇ ਜੋ ਵਾਪਸ ਆਏ ਨੇ ਇਸ ਵੇਲੇ ਦੇ ਟੈਸਟਿੰਗ, ਇੱਕ ਲੈਬੋਰੇਟਰੀ ਤੋਂ ਹੀ ਇਹ ਖਬਰ ਸਾਹਮਣੇ ਆਈ, ਜੋ ਵਾਕਫ ਸਨ, ਜਿਨ੍ਹਾਂ ਨੇ ਸਾਨੂੰ ਦੱਸਿਆ। ਮੈਂ ਬਿਲਕੁਲ ਕਿਸੇ ਵੀ ਇੱਕ ਵੀ ਉਸ ਬੱਚੇ ਦੀ ਜਾਣਕਾਰੀ ਸਾਂਝੀ ਨਹੀਂ ਕਰ ਰਹੀ, ਜੋ ਸਾਡਾ ਕਾਨੂੰਨ ਵੀ ਕਹਿੰਦਾ ਅਸੀਂ ਕਰ ਨਹੀਂ ਸਕਦੇ। ਪਰ ਇਸ ਵੇਲੇ ਇੰਗਲੈਂਡ ਤੋਂ ਵਾਪਸ ਸਾਡੇ ਮੁੜੇ ਕਾਫੀ ਨੌਜਵਾਨ, ਜਿਹੜੇ ਵਰਕ ਵੀਜ਼ਾ ਲੈ ਕੇ ਗਏ ਸਨ, ਤੇ ਹੁਣ ਉਹਨਾਂ ਦੇ ਦੁਬਾਰਾ ਟੈਸਟਿੰਗ, ਜਦੋਂ ਦੁਬਾਰਾ ਉਹਨਾਂ ਨੂੰ ਵਾਪਸ ਬੁਲਾਇਆ, ਜਿਨ੍ਹਾਂ ਨੂੰ ਵਾਪਸ ਭੇਜਿਆ ਸੀ ਕਿ ਇੰਨਾ ਸਮਾਂ ਪੂਰਾ ਹੋ ਗਿਆ, ਜਾਓ ਫਿਰ ਆਇਓ, ਸੋ ਅਗਲੀ ਵਰਕ ਵੀਜ਼ਾ ਤੋਂ ਪਹਿਲਾਂ ਇਹਨਾਂ ਨੇ ਲਾਜ਼ਮੀ ਕੀਤਾ ਹੋਇਆ ਜੇ ਟੈਸਟਿੰਗ ਕਰਨ ਲਈ। ਹੁਣ ਉਹ ਟੈਸਟਿੰਗ ਦੇ ਵਿੱਚ ਕਿਉਂਕਿ ਉਹ ਸਾਰਿਆਂ ਨੂੰ ਕੰਪਲਸਰੀ ਹੈ, TB ਦਾ, ਏਡਸ ਦਾ, ਇਹ ਸਾਰੇ ਟੈਸਟਿੰਗ ਜ਼ਰੂਰੀ ਕਰਾ ਕੇ ਹੀ ਵਾਪਸ ਜਾ ਸਕਦੇ ਨੇ, ਕਾਫੀ ਸਟ੍ਰਿਕਟ ਨੇ ਇਸ ਮਾਮਲੇ 'ਚ। ਹੁਣ ਉਹ ਇੰਗਲੈਂਡ ਦੇ ਵਿੱਚ ਜਿਹੜੇ ਇਹ ਵਾਪਸ ਅਪਲਾਈ ਕੀਤੇ, ਜਿਨ੍ਹਾਂ ਨੇ ਜਿਸ ਲੈਬ ਲਈ ਇਹਨਾਂ ਨੇ ਖਾਸ ਤੌਰ ਤੇ ਕਿਹਾ ਹੋਇਆ ਕਿ ਅਸੀਂ ਉਸੇ ਤੇ ਯਕੀਨ ਕਰਦੇ ਹਾਂ, ਕਿਉਂਕਿ ਬਾਹਰੋਂ ਤੁਸੀਂ ਟੈਂਪਰ ਕਰ ਲੈਂਦੇ ਹੋ ਰਿਕਾਰਡ, ਉਸ ਲੈਬ ਦੇ ਵਿੱਚ ਇਸ ਵੇਲੇ ਜਿੰਨੇ ਵੀ ਇਹ ਬੱਚੇ ਟੈਸਟਿੰਗ ਲਈ ਪਹੁੰਚੇ ਨੇ, ਉਹਨਾਂ ਚੋਂ ਲਗਭਗ, ਹੁਣ ਇਹ ਮੈਂ ਤੁਹਾਨੂੰ ਉਸੇ ਲੈਬ ਵਾਲੇ ਦੇ ਹੀ ਦੱਸ ਰਹੀ ਹਾਂ ਵਰਸ਼ਨ ਸੀ, ਇਹ ਵੀ ਐਗਜ਼ੈਕਟ ਫਿਗਰ ਨਹੀਂ ਰਿਵੀਲ ਕਰ ਸਕਦਾ ਕਿਉਂਕਿ ਸਾਡੀ ਵੀ ਸਿਕਿਉਰਿਟੀ ਤੇ ਸਾਡੀ ਵੀ ਇਹ ਹੈ, ਪਰ ਲਗਭਗ 50 ਤੋਂ 60% ਨੇ ਬੱਚੇ ਜਿਹੜੇ ਉੱਥੋਂ ਵਾਪਸ ਮੁੜੇ ਨੇ, ਦੁਬਾਰਾ ਟੈਸਟਿੰਗ ਦੇ ਵਿੱਚ HIV ਪੋਜ਼ਿਟਿਵ ਨੇ, ਤੇ ਹੁਣ ਇਹ ਸ਼ਾਇਦ ਵਾਪਸ ਕਦੇ ਵੀ ਨਹੀਂ ਜਾ ਸਕਣਗੇ, ਦੀਵਾਰ ਹੋ ਜਾਣਗੇ। ਜ਼ਰਾ ਅੱਖਾਂ ਖੋਲੀਏ, ਇਹ ਗੱਲਾਂ ਲੁਕਾਉਣਾ ਚਾਹੁੰਦੇ ਹਾਂ ਅਸੀਂ ਜ਼ਰੂਰ, ਉਹਦੇ ਪਿੱਛੇ ਮਕਸਦ ਸਾਡੇ ਹੋ ਸਕਦੇ ਨੇ, ਅਸੀਂ ਆਪਣੇ ਬੱਚਿਆਂ ਨੂੰ ਚਾਹੁੰਦੇ ਹਾਂ ਕਿ ਸਾਡੇ ਉੱਤੇ ਕੋਈ ਲਾਂਛਣ ਨਾ ਲਾਏ, ਸਾਡਾ ਜੋ ਸਾਡੀ ਜੋ ਵੀ ਪਛਾਣ ਹੈ ਉਹ ਉਸੇ ਤਰ੍ਹਾਂ ਕਾਇਮ ਰਵੇ, ਵਿਸ਼ਵ ਪੱਧਰ ਤੇ ਸਾਨੂੰ ਨਾ ਬਦਨਾਮੀ ਮਿਲੇ। ਪਰ ਕੀ ਕਦੇ ਅਸੀਂ ਇਸ ਚੀਜ਼ ਨੂੰ ਸਿਰਫ ਲੁਕਾ ਹੀ ਰੱਖਾਂਗੇ, ਕਦੇ ਇਲਾਜ ਬਾਰੇ ਕਦੇ ਵੀ ਨਹੀਂ ਸੋਚਾਂਗੇ? ਕਿਉਂ ਸਾਡੇ ਇੱਥੋਂ ਭੋਲੇ ਭਾਲੇ ਬੱਚੇ, ਨੌਜਵਾਨ ਇਹ ਬਿਮਾਰੀ ਲੈ ਕੇ ਉੱਥੋਂ ਮੁੜਨ? ਤੋਂ ਆਖਰ ਕਿਉਂ ਇਹ ਜਿਹੜੇ ਇੱਥੋਂ ਪੂਰੀ ਮਿਹਨਤ ਨਾਲ ਕਰਨ ਬਾਰੇ ਸੋਚ ਕੇ ਗਏ ਨੇ, ਲੋਨ ਚੁੱਕ ਕੇ ਗਏ ਨੇ, ਕਈ ਤਾਂ ਜ਼ਮੀਨਾਂ ਵੇਚ ਕੇ, ਘਰ ਵੇਚ ਕੇ, ਇਸ ਤਰ੍ਹਾਂ ਦੇ ਜਦੋਂ ਵਰਕ ਵੀਜ਼ਾ ਮੁੱਕਣ ਤੇ ਵਾਪਸ ਆਣ ਤੇ ਉਸ ਮੁਲਕ ਵਿੱਚੋਂ ਇਹ ਲਾ ਇਲਾਜ ਬਿਮਾਰੀ ਲਿਆ ਕੇ ਮੌਤ ਮੂੰਹ ਵਿੱਚ ਜਾਂਦੀ ਹੋਵੇ ਸਾਡੀ ਨੌਜਵਾਨੀ, ਜਿਸ ਬਾਰੇ ਚਿੰਤਾ ਬ੍ਰਿਟਿਸ਼ ਮੈਡੀਕਲ ਜਰਨਲ ਵਿੱਚ ਵੀ ਹੋਣੀ ਸ਼ੁਰੂ ਹੋ ਜਾਵੇ, ਆਖਰ ਕਦੋਂ ਜਾਗਾਂਗੇ? ਆਪਾਂ ਗੱਲ ਹੀ ਰੱਖਣਾ ਜੇ ਸਿਰਫ ਇਹੀ ਪਾਣ ਨੂੰ ਕਿ, ਪਰ ਇਹ ਜਦੋਂ ਮੌਤਾਂ ਹੋਣੀਆਂ ਨੇ ਵਾਪਸ ਆ ਕੇ, ਜਦੋਂ ਇਹ ਦੀਵਾਰ ਹੋਣੇ ਨੇ ਵੱਡੀ ਪੱਧਰ ਤੇ, ਕਿ ਉਹ ਮੁਲਕ ਸੁੱਤੇ ਰਹਿਣਗੇ? ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਕੀ ਕਰਨ ਆ ਰਹੇ ਨੇ ਬੱਚੇ, ਉੱਥੋਂ ਕਿਉਂ ਭੱਜੀ ਦੌੜੀ ਆਉਂਦੇ ਨੇ? ਇਸ ਮੌਤਾਂ ਦੇ ਵਿੱਚ ਜਿਸ ਤਰੀਕੇ ਹੁਣ ਸਡਨ ਇਨਕਰੀਜ਼, ਤੇ ਜਿਸ ਤਰੀਕੇ ਸਾਡੇ ਹੀ ਉੱਥੇ ਪੰਜਾਬੀਆਂ ਦਾ ਨਾਮ ਉਛਲ ਕੇ ਸਾਹਮਣੇ ਆ ਰਿਹਾ ਹੋਵੇ, ਇਹ ਨਹੀਂ ਹੈ ਕਿ ਨਸ਼ਾ ਉੱਥੇ ਹੋਰ ਨਹੀਂ ਹੈ, ਕਲੀਅਰ ਕੱਟ ਲਿਖਿਆ ਹਰ ਐਥਨੀਸਿਟੀ ਵਿੱਚ ਨਸ਼ਾ ਹੈ, ਕਿਤੇ ਵੀ ਨਹੀਂ ਲਿਖਿਆ ਵੀ ਕਿਸੇ ਇੱਕ ਮੁਲਕ ਜਾਂ ਇੱਕ ਥਾਂ ਦੇ ਜਾਂ ਇੱਕ ਸੂਬੇ ਦੇ ਲੋਕ ਕਰਦੇ ਨੇ, ਪੂਰੇ ਦੇ ਪੂਰੇ ਉਹਨਾਂ ਨੇ ਸਪਸ਼ਟ ਲਿਖਿਆ ਹੋਇਆ ਇੰਟਰਨੈਸ਼ਨਲ ਕਲਾਸੀਫਿਕੇਸ਼ਨ ਆਫ ਡਿਜ਼ੀਜ਼ਸ ਦੇ ਵਿੱਚ ਵੀ, ਕਿ ਭਾਈ ਸਾਨੂੰ ਸਾਰੇ ਤਰ੍ਹਾਂ ਦੇ ਮਿਨਿਸਟਰੀ ਆਫ ਹੈਲਥ ਜਿਹਨੇ ਰਜਿਸਟਰ ਕੀਤੇ ਨੇ ਸਾਰੇ ਬੰਦੇ, ਦੇਖਿਆ ਕਿ ਹਰ ਮੁਲਕ ਵਿੱਚ ਇਸ ਤਰੀਕੇ ਦੇ ਬੱਚੇ ਨੇ ਜੋ ਨਸ਼ਿਆਂ ਦੇ ਵਿੱਚ ਗ੍ਰਸਤ ਨੇ। ਪਰ ਆਖਰ ਇਹ ਮੌਤਾਂ ਹੋਣੀਆਂ ਉਹਦੇ ਵਿੱਚ, ਜਿਨ੍ਹਾਂ ਵਿੱਚ ਸਾਡੇ ਬੱਚਿਆਂ ਵਿੱਚ ਜਿਵੇਂ ਉਹ ਜ਼ਿਕਰ ਕਰਦੇ ਨੇ ਕਿ ਇਹਨਾਂ ਨੂੰ ਔਟਿਜ਼ਮ ਦਾ ਜਾਂ ADHD ਜਾਂ ਫਿਰ ਹੋਰ ਕਈ ਤਰ੍ਹਾਂ ਦੇ ਮਾਨਸਿਕ ਰੋਗ ਜਿਸ ਤਰੀਕੇ ਦਾ ਉਹ ਜ਼ਿਕਰ ਕਰ ਰਹੇ ਨੇ, ਇਹ ਵਾਕਈ ਦਿਲ ਕੰਬਾਊ ਨੇ ਕਿ ਕਿਉਂ ਆਖਰ ਉਹ
ਹੁਣ ਇਹਦੇ 'ਚ ਇੱਕ ਹੋਰ ਚੀਜ਼ ਉਹਨਾਂ ਨੇ ਕਿਹਾ ਕਿ ਜਿਹੜੀਆਂ ਜਿਵੇਂ ਮੈਂ ਦੱਸਿਆ ਕਿ ਜ਼ਿਆਦਾ ਲੋ ਇਨਕਮ ਗਰੁੱਪ ਸੀ, ਸੋਸ਼ੀਓ ਇਨਕਮ ਗਰੁੱਪ ਜਿਹੜੇ ਗਰੀਬ ਨੇ, ਉਹਨਾਂ ਵਿੱਚ ਉਹਨਾਂ ਨੇ ਖਾਸ ਤੌਰ ਤੇ ਕਿਹਾ ਕਿ ਜਿਹੜੇ ਉਹਨਾਂ 'ਚ ਪਿੰਡਾਂ ਵਿੱਚ ਵਸਦੇ ਨੇ, ਉਹ ਹੁਣ ਜ਼ਰਾ ਧਿਆਨ ਕਰੋ, ਉਹਨਾਂ ਵਿੱਚ ਇਹ ਨਸ਼ਾ ਜਾਂ ਇਹਨਾਂ ਦੇ ਵਿੱਚ ਮੌਤ ਦਰ ਵੱਧ ਹੋਣੀ ਸ਼ੁਰੂ ਹੋਈ ਹੈ ਹੁਣ, ਜੋ ਕਿ ਪਹਿਲਾਂ ਸ਼ਹਿਰੀ ਤਬਕੇ ਵਿੱਚ ਸੀ, ਹੁਣ ਉਸ ਇਲਾਕਿਆਂ ਵਿੱਚ ਵੀ ਗਈ ਜੇ। ਤੇ ਉਹਨਾਂ ਨੇ ਨਾਲ ਕੈਨੇਡਾ ਦੀ ਇੱਕ ਵੱਖਰੀ ਵਿੱਚ ਖੋਜ ਵਿੱਚ ਸ਼ਾਮਲ ਕੀਤਾ ਕਿ ਜਿਹੜੀਆਂ ਕੈਨੇਡੀਅਨ ਬੋਰਨ ਮਦਰਸ ਨੇ, ਜਿਨ੍ਹਾਂ ਦੇ ਮਾਪੇ ਪਹਿਲਾਂ ਬਾਹਰੋਂ ਮਾਈਗ੍ਰੇਟ ਕੀਤੇ, ਮਿਸਾਲ ਵਜੋਂ ਹਮ। ਆਪਣੇ ਭਾਰਤ ਤੋਂ ਫਰਜ਼ ਕਰੋ ਕੋਈ ਗਿਆ, ਉੱਥੋਂ ਅੱਗੋਂ ਉਹਨਾਂ ਦੇ ਬੱਚੇ, ਯਾਨੀ ਉਹਨਾਂ ਦੀ ਬੇਟੀ ਉੱਥੇ ਹੀ ਪੈਦਾ ਹੋਈ, ਉਹਦੇ ਅੱਗੋਂ ਫਿਰ ਬੱਚਾ ਹੋਇਆ, ਉਹਨਾਂ ਵਿੱਚ ਇਹ ਚੀਜ਼ ਖਾਸ ਤੌਰ ਤੇ ਉਹਦੇ ਅੱਗੋਂ ਜੰਮਿਆ ਮੁੰਡਾ, ਯਾਨੀ ਕੋਈ ਵੀ ਮਾਈਗ੍ਰੇਟਡ ਫੈਮਿਲੀ ਜਿਹਦੇ ਉੱਥੋਂ ਬੇਟੀ ਉੱਥੇ ਹੀ ਪੈਦਾ ਹੋਈ ਏ, ਕੈਨੇਡਾ ਬੋਰਨ, ਉਹਨਾਂ ਦੇ ਅੱਗੋਂ ਜਿਹੜਾ ਬੇਟਾ ਹੈ ਉਹਦੇ ਵਿੱਚ ਹਾਇਰ, ਉਹਨਾਂ ਨੇ ਲਿਖਿਆ, ਪ੍ਰੋਕਲੀਵਿਟੀ ਫॉर ਡੈਥ ਸਾਨੂੰ ਲੱਭੀ ਗਈ। ਹੁਣ ਉਹਦੇ ਵਿੱਚ ਕਾਰਨ ਉਹਨਾਂ ਨੇ ਦੱਸੇ ਕਿ ਇਹਨਾਂ ਦੇ ਜੈਨੇਟਿਕ, ਸਾਨੂੰ ਲੱਗਦਾ ਹੈ, ਉਹਨਾਂ ਨੇ ਆ ਲਫ਼ਜ਼ ਵਰਤਿਆ ਕਿ ਉਹਨਾਂ ਦੀ ਜੈਨੇਟਿਕ ਐਡਜਸਟਮੈਂਟ ਅਜੇ ਹੋ ਨਹੀਂ ਪੂਰੀ ਰਹੀ, ਸ਼ਾਇਦ ਇਹ ਕਾਰਨ ਇੱਕ ਹੋ ਸਕਦਾ ਹੈ। ਤੇ ਇਹਨਾਂ ਵਿੱਚ ਉਹਨਾਂ ਨੇ ਨਾਲ ਨਾਲ ਇਹ ਕਿਹਾ ਕਿ ਇਹ ਦੋ ਪਾਰਟਾਂ ਵਿੱਚ ਪਿਸਦੇ ਨੇ, ਜਿਹਨੇ ਇੱਕ ਉਹਨਾਂ ਦੀ ਓਰੀਜਨਲ ਐਥਨੀਸਿਟੀ ਵਿੱਚ ਅੜਦੀ ਜੇ, ਤੇ ਨਾਲ ਉਹਨਾਂ ਦਾ ਮੌਜੂਦਾ ਤੇ ਫਿਰ ਉੱਥੋਂ ਦੇ ਲੋਕਾਂ ਵੱਲੋਂ ਤਿਰਸਕਾਰ ਜਿਵੇਂ ਇਹਨਾਂ ਨੂੰ ਮਿਲਣਾ, ਜਾਂ ਇਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਣਾ ਕਿ ਮੈਂ ਇੱਥੋਂ ਦੇ ਮਾਹੌਲ ਵਿੱਚ ਹੀ ਐਡਜਸਟ ਹੋਣਾ, ਮੈਂ ਇਹੀ ਆ, ਮੈਂ ਇੰਡੀਅਨ ਨਹੀਂ ਆ, ਮੈਂ ਅਮਰੀਕਨ ਹੀ ਆ। ਸੋ ਉਹ ਅਮਰੀਕਨ ਇੰਡੀਅਨਸ ਦੇ, ਯਾਨੀ ਇੱਕ ਤਰੀਕੇ ਉਹਨਾਂ ਨੇ ਕਿਹਾ ਕਿ ਤੀਜੀ ਪੁਸ਼ਤ ਜ਼ਿਆਦਾ ਖਤਰੇ ਅਧੀਨ ਆ ਚੁੱਕੀ ਹੈ, ਕਿਉਂਕਿ ਇਹ ਆਜ਼ਾਦੀ ਨੂੰ ਮੰਨਣ ਲੱਗ ਪਈ ਹੈ ਕਿ ਅਸੀਂ ਦੋਸਤਾਂ ਮਿੱਤਰਾਂ ਨਾਲ ਲੇਟ ਤੱਕ ਸ਼ਰਾਬ ਪੀਣੀ, ਤੇਜ਼ ਡਰਾਈਵਿੰਗ, ਫਾਸਟ ਡਰਾਈਵਿੰਗ ਕਰਨੀ, ਉਹਨਾਂ ਵਿੱਚ ਐਕਸੀਡੈਂਟ ਨਾਲ ਹੋ ਰਹੀਆਂ ਨੌਜਵਾਨ ਮੌਤਾਂ 'ਚ ਵਾਧਾ, ਤੇ ਜਿਸ ਤਰੀਕੇ ਹੁਣ ਡਰੱਗ ਕਲਚਰ ਉਹਨਾਂ ਨੇ ਕਿਹਾ ਕਿ ਸਾਡੇ ਵਧਣ ਲੱਗ ਗਿਆ, ਉਹ ਵਾਕਈ ਬਹੁਤ ਘਬਰਾ ਪਾਉਣ ਲੱਗ ਗਿਆ, ਕਿਉਂਕਿ ਉਹਨਾਂ ਨੇ ਕਿਹਾ, ਹੁਣ ਕਲੀਅਰ ਲਿਖਿਆ, accidental poisoning which now largely comprise prescription and illegal drug overdoses are increasing at alarming level। ਤੁਸੀਂ ਸਮਝ ਲਓ ਕਿ ਇਹ ਨੌਜਵਾਨ ਬੱਚੇ ਜੋ ਇਮੀਗ੍ਰੇਸ਼ਨ ਦੇ ਵਿੱਚੋਂ ਇਧਰਾਂ ਪਹੁੰਚ ਰਹੇ ਨੇ, ਉਹਨਾਂ ਵਿੱਚ ਜਿਸ ਤਰੀਕੇ ਦੀ ਇਲੀਗਲ ਡਰੱਗ ਓਵਰਯੂਜ਼ ਹੋਣੀ ਸ਼ੁਰੂ ਹੋਈ ਹੈ, ਜਿਹਨੂੰ ਅਸੀਂ ਦਬਾ ਰਹੇ ਹਾਂ, ਆਪਾਂ ਲੁਕਾ ਰਹੇ ਹਾਂ, ਇਹਦੇ ਵਿੱਚ ਗੱਲਾਂ ਸਾਹਮਣੇ ਨਹੀਂ ਲਿਆ ਰਹੇ ਕਿ ਇਹਨੂੰ ਦਬਾ ਲਓ, ਲੁਕਾ ਲਓ, ਇਹ ਲੁਕਦੀ ਰਵੇ, ਪਰ ਇਸ ਦੇ ਨਾਲ ਜੋ ਮੌਤਾਂ, ਹੁਣ ਜਿਸ ਤਰੀਕੇ ਉਹਨਾਂ ਨੇ ਕਿਹਾ, ਜੇ 2 ਸਾਲਾਂ ਵਿੱਚ ਸਿਰਫ ਕੈਨੇਡੀਅਨ ਯੂਥ ਏਜਡ 10 to 17 ਇਅਰਸ, ਉਹਨਾਂ ਵਿੱਚ ਪੋਇਜ਼ਨਿੰਗ ਦੀਆਂ ਡੈਥ, ਜਿਹੜੀਆਂ ਟੋਟਲ ਡੈਥ ਰੇਟ ਵਿੱਚੋਂ ਡਰੱਗ ਓਵਰ ਯੂਸੇਜ ਪੋਇਜ਼ਨਿੰਗ ਨਾਲ 88% ਮੌਤਾਂ ਹੋ ਗਈਆਂ ਨੇ, 88%। ਤੁਸੀਂ ਆਪੇ ਹੀ ਸਮਝ ਲਓ ਕਿ ਕਿੱਥੇ ਇੱਕ ਪਾਸੇ ਗਨ ਕਲਚਰ ਵਧਣਾ, ਦੂਜੇ ਪਾਸੇ ਸੜਕਾਂ ਤੇ ਹੁੰਦੇ ਐਕਸੀਡੈਂਟਸ ਵਿੱਚ ਵਾਧਾ, ਤੇ ਤੀਸਰਾ ਇਹ ਜਿਹੜੀਆਂ ਡਰੱਗਸ ਸਾਡਾ ਯਾਨੀ ਬਿਲਕੁਲ ਖਤਮ ਤੇ ਤਬਾਹ ਕਰਨ ਵੱਲ ਤੁਲੀ ਜੇ, ਜਿਸ 'ਚ ਉਹਨਾਂ ਨੇ ਕਿਹਾ ਕਿ ਲਗਭਗ ਅੱਧੀਆਂ ਤੋਂ ਵੱਧ ਜਿਹੜੀਆਂ ਸੜਕਾਂ ਤੇ ਐਕਸੀਡੈਂਟ ਵੀ ਹੋਈਆਂ ਨੇ, ਉਹਨਾਂ ਵਿੱਚ ਵੀ ਅਲਕੋਹਲ ਜਾਂ ਡਰੱਗ ਓਵਰਯੂਜ਼ ਮਿਲੀ ਜੇ। ਹੁਣ ਇਹ ਬਿਲਕੁਲ, ਹੁਣ ਉਹਦੇ ਵਿੱਚ ਅੱਗੋਂ ਕੀ ਕਹਿੰਦੇ ਨੇ ਕਿ ਜਿਹੜੇ ਇਹਨਾਂ ਵਿੱਚ ਅਮਰੀਕਨ ਇੰਡੀਅਨਸ ਜਿਨ੍ਹਾਂ 'ਚ ਲੱਭੇ ਨੇ, ਉਹਨਾਂ 'ਚ ਬਾਈਪੋਲਰ ਡਿਸਆਰਡਰ ਵੀ ਜੇ, ਐਜੂਕੇਸ਼ਨਲ ਅਟੇਨਮੈਂਟ ਦੇ ਵਿੱਚ ਪ੍ਰੋਬਲਮਸ ਨੇ, ਕਿਉਂਕਿ ਉਹ ਘਰ ਵਿੱਚ ਤੇ ਉਹ ਬਾਹਰ ਵਿੱਚ ਦੋਨਾਂ ਵਿੱਚ ਅਜੇ ਉਹ ਐਡਜਸਟਮੈਂਟ ਨਹੀਂ ਕਰ ਸਕ ਰਹੇ। ਫਿਰ ਉਹਨਾਂ ਦੇ ਪੈਰੈਂਟਲ ਮੈਰਿਟਲ ਸਟੇਟਸ ਦਾ ਬਹੁਤ ਡੂੰਘਾ ਅਸਰ ਪੈਂਦਾ ਜੇ, ਬੜੀ ਸ਼ਰਮਿੰਦਗੀ ਦੀ ਗੱਲ ਜੇ, ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਕਿ ਉਹ ਸਰੇਆਮ ਲਿਖ ਕੇ ਛਾਪ ਚੁੱਕੇ ਨੇ ਕਿ ਇਹਨਾਂ 'ਚ ਘਰੇਲੂ ਹਿੰਸਾ ਇੰਨੀ ਸਿਖਰਾਂ ਦੀ ਜੇ ਕਿ ਇਹਨਾਂ ਦੇ ਬੱਚੇ ਮਾਨਸਿਕ ਰੋਗੀ ਬਣ ਰਹੇ ਨੇ, ਜੋ ਇਮੀਗ੍ਰੈਂਟਸ ਦੇ ਇੱਥੇ ਪਹੁੰਚ ਰਹੇ ਨੇ, ਜਾਂ ਜੋ ਇਸ ਤਰੀਕੇ ਦੇ, ਅਸੀਂ ਤੁਸੀਂ ਸਮਝ ਲਓ ਕਿ ਤੀਸਰੀ ਪੁਸ਼ਤ ਤੱਕ ਨੂੰ ਅਸੀਂ ਖਰਾਬ ਕਰ ਰਹੇ ਹਾਂ, ਜਿਸ 'ਚ ਮੌਤ ਦਰ ਜਨਮ ਤੋਂ ਪਹਿਲਾਂ ਤੋਂ ਲੈ ਕੇ ਸਾਰੇ ਕਾਰਨ ਦੱਸਣ ਦਾ ਮਕਸਦ ਉਹਨਾਂ ਦਾ ਇਹ ਹੈ ਕਿ ਕਿਸੇ ਇੱਕ ਨੂੰ ਸ਼ਰਮਸਾਰ ਨਹੀਂ ਕਰਨਾ, ਬਲਕਿ ਸਰਕਾਰਾਂ ਸਗੋਂ ਕੋਈ ਰਾਹ ਲੱਭਣ ਕਿ ਕਿਸ ਤਰੀਕੇ ਦੇ ਵਿੱਚ ਤੁਸੀਂ ਡਰੱਗਸ ਨੂੰ ਰੋਕਣਾ ਕਿਵੇਂ ਹੈ,
ਘਰੇਲੂ ਹਿੰਸਾ ਨੂੰ ਕਿਵੇਂ ਰੋਕਣਾ ਹੈ, ਜਿਹੜੀ ਕਮਿਊਨਿਟੀ ਲੈਵਲ ਤੇ ਤੁਸੀਂ ਕਿਵੇਂ ਇਹਨੂੰ ਡੀਲ ਕਰਨਾ ਹੈ, ਕਿ ਇੰਡੀਵਿਜੂਅਲ ਕਮਿਊਨਿਟੀਜ਼, ਉਹਨਾਂ ਨੇ ਖੂਬਸੂਰਤ ਇੱਕ ਢੰਗ ਬੜਾ ਕਮਾਲ ਦਾ ਦੱਸਿਆ ਜੇ। ਮੇਰਾ ਖਿਆਲ ਜੇ ਪੰਜਾਬੀ ਸਾਡੇ ਯੋਧੇ ਨੇ ਸਮਝ ਜਾਣ ਤਾਂ ਬਹੁਤ ਕਮਾਲ ਕਰ ਦੇਣਗੇ, ਕਿਉਂਕਿ ਉਹਨਾਂ ਨੇ ਇੱਕ ਮੈਂਸ਼ਨ ਕੀਤਾ ਖਾਸ ਤੌਰ ਤੇ ਕਿ ਚਾਈਨੀਜ਼ ਨੇ ਜਿਨ੍ਹਾਂ ਨੇ ਮੌਤ ਦਰ ਘਟਾਈ ਜੇ। ਹੁਣ ਕਿੰਨੀ ਹੂੰ ਕਮਾਲ ਦੀ ਗੱਲ ਹੈ ਨਾ, ਇਹ ਸਾਰਾ ਕੁਝ ਜੇ ਤੁਸੀਂ ਸਮਝ ਲੈਂਦੇ ਹੋ ਉਹਦੇ ਵਿੱਚ ਹੂੰ ਕਿਵੇਂ। ਉਹ ਕਹਿੰਦੇ ਨੇ ਇਹ ਜਿਵੇਂ ਹੁਣ ਜਿਵੇਂ ਆਪਣੇ ਪੰਜਾਬ ਵਿੱਚ ਸੱਥਾਂ ਹੁੰਦੀਆਂ ਸਨ, ਜੀ ਉਹਨਾਂ ਨੇ ਐਗਜ਼ੈਕਟਲੀ ਉਹੀ ਕਲਚਰ ਕਹਿੰਦੇ ਉੱਥੇ ਅਪਣਾ ਲਿਆ, ਵੀ ਉਹਨਾਂ ਨੇ ਕਲੋਜ਼ਡ ਐਟਮੋਸਫੀਅਰ ਰੱਖਦੇ ਨੇ। ਤੁਸੀਂ ਦੇਖਦੇ ਹੋਵੋਗੇ ਚਾਈਨਾ ਬਾਜ਼ਾਰ ਹੈ, ਉਹਨਾਂ ਦੇ ਆਪਣੇ ਏਰੀਆਜ਼ ਨੇ ਜਿੱਥੇ ਉਹ ਰਹਿੰਦੇ ਨੇ, ਉਹ ਆਪਣੀਆਂ ਮੁਸ਼ਕਲਾਂ ਆਪਣੇ ਫੈਸਲੇ ਉਸ ਇੱਕ ਸੱਥ ਵਾਂਗ ਕਰਨ ਲੱਗ ਗਏ ਨੇ, ਕਿ ਅਸੀਂ ਕੋਰਟਾਂ 'ਚ ਜਾਣ ਨਾਲ ਜਾਂ ਬਾਹਰ ਆਪਣਾ ਖਿਲਾਰਾ ਪਾਉਣ ਨਾਲ ਕਿ ਖਰਾਬ ਕਰ ਰਹੇ ਨੇ। ਆਪਾਂ ਇੱਕ ਕਲੋਜ਼ਡ ਐਟਮੋਸਫੀਅਰ ਦੇ ਵਿੱਚ ਨਿਆਂ ਕਰੀਏ, ਜਿਸ ਦੇ ਨਾਲ ਧੱਕਾ ਹੋ ਰਿਹਾ, ਕਿਸੇ ਦਾ ਬੱਚਾ ਵਿਗੜ ਰਿਹਾ, ਕਿਸੇ ਦੀ ਬੇਟੀ ਖਰਾਬ ਹੋ ਰਹੀ ਹੈ, ਤੇ ਆਪਾਂ ਫੈਸਲਾ ਉੱਥੇ ਸਿਆਣੇ ਬੈਠ ਕੇ ਇੱਕ ਥਾਂ ਤੇ ਕਰ ਲੈਣ, ਉਹਨੂੰ ਨਿਬੇੜ ਦੇਣ, ਉਹਨੂੰ ਕਿਸੇ ਤਰੀਕੇ ਯਾਨੀ ਘਰਾਂ ਨੂੰ ਟੁੱਟਣ ਤੋਂ ਬਚਾਇਆ ਜਾਵੇ। ਉਹ ਇੰਜ ਦਾ ਇੱਕ ਸਾਂਝ ਗੰਢਣ ਦੀ ਇੱਕ ਕੋਸ਼ਿਸ਼ 'ਚ ਜੁਟੇ ਨੇ। ਹੁਣ ਸਾਡੇ ਜੋ ਜੇ ਪੁਰਾਣਾ ਝਾਤ, ਕਿਉਂਕਿ ਸੱਥਾਂ ਤਾਂ ਸਾਡੇ ਆਮ ਹੋਇਆ ਕਰਦੀਆਂ ਸਨ, ਜੀ ਪਰ ਇਸ ਤਰੀਕੇ ਦੇ ਜਦੋਂ ਸਾਡੇ ਸਾਹਮਣੇ ਇੰਨਾ ਕੁਝ ਆ ਜਾਂਦਾ ਜਿੱਥੇ ਸਾਡੇ ਬੱਚੇ ਮਾਨਸਿਕ ਰੋਗੀ ਹੋ ਕੇ ਮਰਦੇ ਹੋਣ, ਡਰੱਗਸ ਵੱਲ ਤੁਰ ਜਾਣ, ਅਲਕੋਹਲ ਐਕਸੈਸ ਲੈ ਲੈਣ, ਜਾਂ ਉਹਨਾਂ ਦੇ ਪਰਸਨੈਲਿਟੀ ਜਾਂ ਕੋਗਨੀਟਿਵ ਡਿਸੇਬਿਲਿਟੀਜ਼, ਦੇਖੋ ਬਹੁਤ ਵੱਡੀ ਗੱਲ ਜੇ ਇਹ ਇੰਨੀ ਚੀਜ਼ ਤੱਕ ਪਹੁੰਚ ਜਾਣ, ਜਿਹਦੇ ਵਿੱਚ ਅਸੀਂ ਸਿਰਫ ਆਪਣੇ ਤੱਕ ਸੀਮਤ ਹੋ ਗਏ ਹੋਈਏ। ਯਾਨੀ ਅਸੀਂ ਮੇਰਾ ਮੇਰਾ ਕਾਰੋਬਾਰ, ਕੀ ਸਾਡੇ ਵਿੱਚ ਇਸ ਤਰੀਕੇ ਦੀਆਂ ਮੌਤਾਂ ਨਹੀਂ ਹੋ ਰਹੀਆਂ, ਅਸੀਂ ਦੁਸ਼ਮਣੀਆਂ ਸਰੇਆਮ ਗੋਲੀਆਂ ਮਾਰ ਕੇ ਕੱਢ ਰਹੇ ਹਾਂ। ਕਿਉਂ ਸਾਡੇ ਵਿੱਚ ਉਹ ਸਾਂਝ ਖਤਮ ਹੁੰਦੀ ਜਾਂਦੀ ਜੇ? ਅਸੀਂ ਦੂਜੇ ਮੁਲਕ ਵਿੱਚ ਜਦੋਂ ਪਹੁੰਚਦੇ ਹਾਂ ਹੂੰ ਤਾਂ ਉਸ ਮੁਲਕ ਵਿੱਚ ਕਿਉਂ ਅਸੀਂ ਸਿਰਫ ਆਪਣੇ ਕਾਰੋਬਾਰ ਤੱਕ ਸੀਮਤ ਹੋ ਜਾਂਦੇ ਹਾਂ? ਜੇ ਹੂੰ ਚਾਈਨੀਜ਼ ਉੱਥੇ ਰਹਿ ਕੇ ਆਪਣੀ ਆਈਡੈਂਟਿਟੀ ਕਾਇਮ ਕਰ ਸਕਦੇ ਨੇ, ਅਸੀਂ ਆਪਣੀ ਆਈਡੈਂਟਿਟੀ ਗਵਾ ਕੇ ਭੱਜਦੇ ਫਿਰਦੇ ਹਾਂ। ਨਹੀਂ, ਅਸੀਂ ਤਾਂ ਅਮਰੀਕਨ ਦੇ ਨਾਲ ਦੋਸਤ ਬਣਾਵਾਂਗੇ, ਅਮਰੀਕਨ ਹੀ ਲੋਕਾਂ ਨਾਲ ਜੁੜਾਂਗੇ, ਅਸੀਂ ਆਪਣਿਆਂ ਨਾਲ ਜਾਣਾ ਹੀ ਨਹੀਂ, ਆਪਣੇ ਉਸ ਤਰ੍ਹਾਂ ਦਾ ਕੋਈ ਇਕੱਠ ਰੱਖਣਾ ਹੀ ਨਹੀਂ, ਤੇ ਜੇ ਰੱਖ ਵੀ ਰਹੇ ਹਾਂ ਉਹਦੇ ਚ ਸਾਡੇ ਸਾੜਾ ਇੰਨਾ ਜ਼ਿਆਦਾ ਹੈ ਕਿ ਅਸੀਂ ਇੱਕ ਦੂਜੇ ਨੂੰ ਢਾਹ ਲੈਣ ਦੀ ਕੋਸ਼ਿਸ਼ ਵਿੱਚ ਜੁਟੇ ਹਾਂ, ਕਿ ਸਾਡੇ ਹੀ ਆਪਣਿਆਂ ਨੂੰ ਲੁੱਟੀ ਜਾਣ, ਤੇ ਉਹ ਉਹਨਾਂ ਦੀ ਮਦਦ ਕਰਨ ਦੀ ਬਜਾਏ ਜਿਸ ਤਰੀਕੇ ਦੇ ਅਸੀਂ ਹਾਲਾਤ ਪੈਦਾ ਕਰ ਰਹੇ ਹਾਂ, ਇਹ ਕੋਈ ਚੰਗੀ ਗੱਲ ਨਹੀਂ ਕਿ ਸਾਡੇ ਨੌਜਵਾਨ ਬੱਚੇ ਮੌਤ ਦੇ ਮੂੰਹ ਵਿੱਚ ਜਾਣੇ ਸ਼ੁਰੂ ਹੋ ਜਾਣੇ। ਮੌਤ ਦਰ ਦੀ ਪਰਸੈਂਟੇਜ ਵੱਲ ਝਾਤ ਮਾਰੀਏ ਕਿੱਥੇ ਹੂੰ ਪਹੁੰਚ ਰਹੇ। ਕਿਉਂਕਿ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਹੁਣ ਜੋ ਲਾਸਟ ਚੀਜ਼ ਮੈਂ ਇਸ ਸਟੱਡੀ ਦੀ ਥੋੜੀ ਦੱਸ ਕੇ ਫਿਰ ਮੈਂ ਜ਼ਰੂਰ ਤੁਹਾਡੇ ਸਵਾਲ ਲੈਣੇ ਚਾਹਾਂਗੀ। ਜੀ ਸਵੀਡਿਸ਼ ਸਟੱਡੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਠੀਕ ਹੈ, ਜੋ ਤੁਸੀਂ ਕਮਿਊਨਿਟੀ ਲੈਵਲ ਪਾਵਰਟੀ ਦੀ ਵੀ ਇਹ ਸਾਰੀਆਂ ਖੋਜਾਂ ਤੁਸੀਂ ਕੀਤੀਆਂ ਨੇ, ਪਰ ਰਤਾ ਧਿਆਨ ਮਾਰੋ ਜਿਹੜੇ ਵੈਲ ਟੂ ਡੂ ਨੇ ਬੰਦਿਆਂ 'ਚ, ਹੁਣ ਇਹ ਉਹਨਾਂ ਦੀ ਹੂੰ ਰੱਜੇ ਪੁੱਜੇ ਬੰਦਿਆਂ ਦੇ ਵੀ 11 ਤੋਂ 19 ਸਾਲ ਵਿੱਚ, ਯਾਨੀ ਸਵੀਡਨ ਅਸੀਂ ਬਹੁਤ ਹੀ ਵਧੀਆ ਮੁਲਕ ਗਿਣਦੇ ਹਾਂ, ਪਰ ਇਹ ਸਵੀਡਿਸ਼ ਸਟੱਡੀ ਦੇ ਵਿੱਚ ਹੀ ਉਹਨਾਂ ਨੇ ਕਿਹਾ, ਜਿਹਦੇ ਸਵੀਡਿਸ਼ ਹੀ ਆਥਰ ਨੇ, ਕਿ ਅਡੋਲਸੈਂਟ ਮੋਰਟੈਲਿਟੀ ਜਿਹੜੀ ਵਧਣ ਲੱਗ ਪਈ ਜੇ, ਇਹ ਐਫਲੂਐਂਟ ਫੈਮਲੀਜ਼ ਵਿੱਚ ਵੀ ਆ ਗਈ। ਯਾਨੀ ਉਹ ਵੀ ਜਿਹੜੇ ਰੱਜੇ ਪੁੱਜੇ ਵੀ ਨੇ, ਹੂੰ ਸੰਤੁਸ਼ਟੀ ਤੋਂ ਕਿਤੇ ਬਹੁਤ ਦੂਰ ਚਲੇ ਗਏ ਨੇ। ਉਹ ਬੱਚੇ ਸਗੋਂ ਇੰਨੇ ਓਵਰ ਰਿਚ ਫੈਮਲੀ ਚੋਂ ਜਿਹੜੇ ਵਿਗਾੜ ਵਾਲੇ ਪਾਸੇ, ਯਾਨੀ ਮਾਪੇ ਉਹਨਾਂ ਦਾ ਕੰਟਰੋਲ ਹੀ ਗਵਾ ਚੁੱਕੇ ਨੇ, ਉਹ ਜਿਸ ਤਰੀਕੇ ਇਸੇ ਉਹ ਵੀ ਐਕਸੀਡੈਂਟਸ ਦੇ ਵਿੱਚ ਜਾਂ ਸ਼ਰਾਬ ਦੇ ਨਸ਼ੇ ਵਿੱਚ ਜਾਂ ਇਸ ਤਰੀਕੇ, ਜਾਂ ਉਹਨਾਂ ਦੇ ਕੋਈ ਦੋਸਤ ਮਿੱਤਰ ਨਾ ਬਣਨੇ, ਉਹਨਾਂ ਦੇ ਵਿੱਚ ਇਹ ਬਹੁਤ ਛੋਟੀ ਉਮਰ ਜੇ 11 ਤੋਂ 19 ਵਰੇ। ਕਿਉਂਕਿ ਅਸੀਂ ਤਾਂ ਪੂਰੇ ਕੰਟਰੋਲ ਵਿੱਚ ਜਿਵੇਂ ਰੱਖਦੇ ਹਾਂ, ਪਰ ਉਹ ਜਿਸ ਤਰੀਕੇ ਹੁਣ ਇੰਨਾ ਪੈਸਾ ਕਮਾਉਣ ਵਿੱਚ ਮਾਂ ਵੀ ਰੁੱਝੀ, ਪਿਓ ਵੀ ਰੁੱਝਿਆ, ਸੋ ਬੱਚਿਆਂ ਵੱਲ ਧਿਆਨ ਜਿਵੇਂ ਦਿੱਤਾ ਹੀ ਨਹੀਂ ਜਾ ਰਿਹਾ। ਸੋ ਉਹਨਾਂ ਨੇ ਕਿਹਾ ਕਿ ਸੁਸਾਇਟੀ ਵਿਗਾੜ ਵੱਲ ਜਾ ਰਹੀ ਜੇ, ਜਿਸ ਵਿੱਚ ਨੌਜਵਾਨ ਮੌਤਾਂ ਪਈ, ਇਹ ਤੁਸੀਂ ਜਾਗੋ। ਇਹ ਜਿਹੜੇ ਕਤਲ ਆਪਸ ਵਿੱਚ ਕਰਨ ਲੱਗ ਗਏ ਨੇ, ਬੰਦੂਕ ਦਾ ਇਹਨਾਂ ਦੇ ਕਲਚਰ ਸ਼ੁਰੂ ਹੋ ਗਿਆ, ਇਹ ਬਹੁਤ ਮਾੜਾ ਹੋਏਗਾ। ਹੁਣ ਇੱਕ ਕੈਨੇਡੀਅਨ ਜੋ ਸੌਰੀ USA ਦੀ ਇੱਕ ਹੋਰ ਸਟੱਡੀ ਵੀ ਮੈਂ ਤੁਹਾਨੂੰ ਨਾਲ ਸ਼ੇਅਰ ਜੇ ਜੀ ਕਹੋ ਤਾਂ, ਜੀ ਸਵਾਲ ਹੈ ਵਿੱਚ ਲਓ, ਨਹੀਂ ਮੈਂ ਉਹ ਵੀ ਸ਼ੇਅਰ ਕਰਨਾ ਚਾਹੁੰਦੀ। ਨਹੀਂ ਕੋਈ ਗੱਲ ਨਹੀਂ, ਤੁਸੀਂ ਪਹਿਲਾਂ ਸਟੱਡੀ ਦੱਸੋ ਫਿਰ ਆਪਾਂ ਸਵਾਲ ਜ਼ਰੂਰ ਕਰਾਂਗੇ ਜੀ। ਜੀ, ਹੁਣ ਇਹ USA ਦੀ ਜੋ ਵਿੱਚ ਉਹਨਾਂ ਨੇ ਕਿਹਾ ਕਿ ਇਹਨਾਂ ਵਿੱਚ ਇੰਟੈਂਸ਼ਨਲ ਜਿਹੜੀ ਇੰਜਰੀਜ਼ ਉਹ ਕਰ ਰਹੇ ਨੇ, ਕਿਉਂਕਿ ਉਹਨਾਂ 'ਚ ਗਨ ਕਲਚਰ ਇੰਨਾ ਵੱਧ ਚੁੱਕਾ ਹੈ, ਮੁੱਕੇ ਮਾਰ ਕੁਟਾਈ, ਧੱਕੇ ਦੇ ਦੇਣੇ, ਇਸ ਤਰ੍ਹਾਂ ਦੇ ਉਹਨਾਂ ਨੇ ਕਿਹਾ ਇੰਜਰੀਜ਼
ਸਿਰਫ ਤਾਂ ਹੋ ਰਹੀਆਂ ਨੇ, ਵੱਧ ਰਹੀਆਂ ਨੇ ਕਿਉਂਕਿ ਇਹਨਾਂ ਦੀ ਪੈਰੈਂਟਲ ਐਜੂਕੇਸ਼ਨ ਘੱਟ ਜੇ। ਹੂੰ ਨਾਲੋਂ ਨਾਲ ਉਹਨਾਂ ਨੇ ਕਿਹਾ ਕਿ ਪੂਅਰ ਕੋਪਿੰਗ ਸਟ੍ਰੈਟਜੀਜ਼ ਦੈਨ ਬਿਫੋਰ, ਐਂਡ ਉਹਨਾਂ ਨੇ ਕੰਪੈਰੀਜ਼ਨ ਕੀਤਾ ਕਿ ਜਿਹੜੇ ਇਮੀਗ੍ਰੈਂਟਸ ਆਏ ਨੇ ਉਹ ਆਪਣੇ ਕਮਿਊਨਿਟੀ ਲੈਵਲ ਤੇ ਇਹ ਵਰਕ ਨਹੀਂ ਕਰ ਰਹੇ ਇਸ ਵੇਲੇ, ਤਾਂ ਹੀ ਇਹ ਉਹਨਾਂ ਦੇ ਪੂਅਰ ਕੋਪਿੰਗ ਸਟ੍ਰੈਟਜੀਜ਼ ਕਿ ਉਹ ਆਪਣੇ ਸਾਂਭ ਹੀ ਨਹੀਂ ਸਕ ਰਹੇ ਵੀ ਬੱਚਿਆਂ ਨੂੰ ਅਸੀਂ ਕੰਟਰੋਲ ਬਿਲਕੁਲ ਗਵਾਈ ਬੈਠੇ ਨੇ ਕਿਉਂਕਿ ਇਹਨਾਂ 'ਚ ਜੈਨੇਟਿਕ ਫਰਕ ਜੇ। ਉਹਨਾਂ ਨੇ ਹੂੰ ਕਿਹਾ ਵੀ ਇਮੀਗ੍ਰੈਂਟਸ ਬਹੁਤੇ ਉਹ ਨੇ ਜਿਨ੍ਹਾਂ ਦੇ ਪਹਿਲਾਂ ਫੈਮਿਲੀਜ਼ ਵਿੱਚ ਇਹਨਾਂ ਨੂੰ ਬਹੁਤ ਦਬਾ ਕੇ ਰੱਖਿਆ ਜਾਂਦਾ ਸੀ, ਬੱਚਿਆਂ ਨੂੰ ਖੁੱਲ੍ਹ ਨਹੀਂ ਸੀ। ਹੁਣ ਆ ਕੇ ਉਹ ਬਿਲਕੁਲ, ਯਾਨੀ ਉਹ ਜੇ ਰੱਖਣਾ ਵੀ ਚਾਹੁੰਦੇ ਨੇ ਦਬਾਅ ਬੱਚਿਆਂ ਤੇ, ਤਾਂ ਬੱਚੇ ਨਹੀਂ ਉਹ ਚੀਜ਼ ਮੰਨਣਾ ਹੂੰ ਚਾਹੁੰਦੇ। ਸੋ ਹੂੰ ਇਹ ਹੌਲੀ ਹੌਲੀ ਟ੍ਰੈਂਡ ਜੋ ਇਹ ਆਪਸ ਵਿੱਚ ਸ਼ੁਰੂ ਹੋਇਆ ਕਿ ਉਹ ਆਪਣੀ ਫੈਮਿਲੀ ਤੋਂ ਪਰਾਂ ਹੋ ਕੇ ਆਪਣੇ ਉੱਥੋਂ ਦੇ ਫਰੈਂਡਸ ਬਣਾਉਣਾ ਚਾਹੁੰਦੇ ਨੇ ਕਿ ਮੇਰਾ ਦੋਸਤ ਅਮਰੀਕਨ ਹੀ ਹੋਵੇ, ਮੈਂ ਕਿਉਂ ਹੀ ਆਪਣੇ ਇੰਡੀਅਨਸ ਨਾਲ ਜਾਵਾਂ। ਉਹ ਹੂੰ ਮਾਪਿਆਂ ਦੇ ਅੰਦਰ ਵੀ ਜਿਵੇਂ ਵੀ ਆਪਣਿਆਂ ਨੂੰ ਛੱਡ ਕੇ ਅਗਾਂਹ ਲੰਘਣਾ, ਇਹ ਹੂੰ ਬਹੁਤ ਅਹਿਮ ਨੁਕਤਾ ਜੀ ਕਿ ਬਿਲਕੁਲ। ਤੁਸੀਂ ਹੂੰ ਕਮਿਊਨਿਟੀ ਤੋਂ ਟੁੱਟ ਕੇ ਹੂੰ ਜਦੋਂ ਪਰਾਂ ਚਲੇ ਜਾਂਦੇ ਹੋ, ਤੁਹਾਨੂੰ ਲੱਗਦਾ ਤਾਂ ਇਹ ਹੈ ਮੈਂ ਬਹੁਤ ਅਗਾਂਹ ਚਲਿਆ ਗਿਆ, ਪਰ ਉਹ ਹੂੰ ਅਗਾਂਹ ਜਾਣਾ ਇੱਕ ਇਕੱਲਾ ਹੀ ਰਹਿ ਜਾਂਦਾ ਬੰਦਾ। ਹੂੰ ਕਿਤੇ ਇਹ ਹੁਣ ਤੁਹਾਡੇ ਸਾਹਮਣੇ ਜੇ ਕਿ ਕਿਸ ਤਰੀਕੇ ਦੇ ਉਹਨਾਂ ਨੇ ਅੱਗੋਂ ਵਾਰਨਿੰਗਸ, ਪਾਲਿਸੀਜ਼ ਚੇਂਜ ਕਰਨ ਲਈ, ਇਸੇ ਵਿੱਚ ਹੀ ਖੋਜ ਵਿੱਚ ਸਰਕਾਰ ਤੱਕ ਨੂੰ ਉਹਨਾਂ ਨੇ ਲਿਖਤਾ ਪਾਲਿਸੀਜ਼ ਚੇਂਜ ਕਰੋ ਜੀ, ਇਹਨਾਂ ਨੂੰ ਗਰੁੱਪ ਬਣਾਓ ਇਹਨਾਂ ਦੇ ਜਿੱਥੇ ਇਹ ਸਾਂਝਾਂ ਪਾਲਣ, ਜਿੱਥੇ ਇਹ ਆਪਣਾ ਸੱਭਿਆਚਾਰ, ਆਪਣੀ ਆਪਣਾ ਸਾਰਾ ਕੁਝ ਉਹ ਸਾਂਭ ਕੇ ਰੱਖਣ ਤਾਂ ਕਿ ਆਈਡੈਂਟੀਟੀ ਕ੍ਰਾਈਸਿਸ ਨਾ ਆਵੇ। ਜਿਹੜੇ ਇਹਨਾਂ ਦੇ ਬਾਈਪੋਲਰ ਡਿਸਆਰਡਰਸ ਹੋਣ ਲੱਗ ਗਏ ਨੇ ਘਟਣਗੇ। ਤੇ ਇਹਨਾਂ ਨੂੰ ਧਿਆਨ ਦਿਓ, ਮਾਪਿਆਂ ਨੂੰ ਐਡਵਾਈਜ਼ ਕਰੋ ਵੀ ਭਾਈ ਸਾਰਾ ਦਿਨ ਪੈਸੇ ਕਮਾਉਣ ਵੱਲ ਨਾ ਰੁੱਝੇ ਰਹੋ, ਅੱਗੋਂ ਕਿਹਦੇ ਲਈ ਕਮਾ ਕੇ ਜਾਣੇ ਜੇ ਬੱਚੇ ਹੀ ਨਹੀਂ ਰਹਿਣੇ। ਸੋ ਹਾਂ ਤੁਸੀਂ ਆਪਣਾ ਸੈਟਰਡੇ ਸੰਡੇਜ਼ ਆਫ ਕਰਨੇ ਸ਼ੁਰੂ ਕਰੋ। ਇੱਥੇ ਤਾਂ ਭਾਵੇਂ ਪਾਕਿਸਤਾਨ ਹੈ ਤੇ ਭਾਵੇਂ ਹਿੰਦੁਸਤਾਨ ਹੈ ਜਾਂ ਕਿਤੇ ਵੀ ਹੋਰ ਥਾਂ ਤੋਂ ਮੈਕਸੀਕਨ ਨੇ, ਉਹ ਸਗੋਂ ਸਨਿਚਰ ਐਤ ਦੁੱਗਣਾ ਕੰਮ ਕਰਕੇ ਪੈਸੇ ਕਮਾਈ ਜਾਂਦੇ ਨੇ ਤੇ ਬੱਚੇ ਜਵਾਨੀ ਦੇ ਵਿੱਚ ਚੇਂਜ ਤੁਰ ਜਾਣਗੇ, ਪੈਸੇ ਰੱਖਣੇ ਕਿਸੇ ਲਈ ਨੇ। ਸੋ ਜੇ ਉਹਨਾਂ ਮੁਲਕਾਂ 'ਚ ਜਾਣਾ, ਉਹ ਕਲਚਰ ਅਪਣਾਉਣਾ ਸਿੱਖੀਏ ਕਿ ਉੱਥੇ ਤੁਸੀਂ ਸਾਂਝ ਕਿਵੇਂ ਗੰਢਣੀ ਹੈ, ਉਸ ਜ਼ਿੰਦਗੀ ਨੂੰ ਜੀਣਾ ਕਿਵੇਂ ਹੈ, ਕਿਉਂ ਇਹ ਜਿਹੜੇ ਨੋਟਾਂ ਦੇ ਢੇਰ ਜਮ੍ਹਾਂ ਕਰ ਕਰਕੇ ਕਿਸ ਲਈ ਛੱਡ ਕੇ ਜਾਣੇ। ਬਹੁਤ ਡੂੰਘੇ ਸਵਾਲ ਨੇ ਔਰ ਜਿਸ ਤਰੀਕੇ ਨਾਲ ਤੁਸੀਂ ਸਟੱਡੀ ਦਾ ਵੇਰਵਾ ਦਿੱਤਾ ਤੱਥਾਂ ਦੇ ਆਧਾਰ ਤੇ ਜੋ ਜ਼ਿਕਰ ਕੀਤਾ ਗਿਆ ਜਨਰਲ ਰਿਪੋਰਟ ਦੇ ਵਿੱਚ, ਉਹ ਬਹੁਤ ਹੀ ਦੁਖਦਾਈ ਹੈ ਔਰ ਕਈ ਸਵਾਲ ਖੜੇ ਕਰਦੀ ਹੈ। ਜੇਕਰ ਅੱਜ ਜਿਹੜੇ ਦਰਸ਼ਕ ਸਾਡੇ ਨਾਲ ਇਸ ਪ੍ਰੋਗਰਾਮ ਦੇ ਦੌਰਾਨ ਜੁੜੇ ਹੋਏ ਨੇ, ਉਹ ਸੁਣ ਰਹੇ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਸੁਚੇਤ ਹੋਣ ਦੀ ਬਹੁਤ ਜ਼ਿਆਦਾ ਲੋੜ ਹੈ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਮਾਹੌਲ ਖਰਾਬ ਹੋ ਰਿਹਾ, ਕਿਸ ਤਰੀਕੇ ਦੇ ਨਾਲ। ਬਹੁਤ ਸਮਾਂ ਅਜਿਹਾ ਵੀ ਹੁੰਦਾ, ਬਹੁਤ ਮਾਪੇ ਅਜਿਹੇ ਵੀ ਹੁੰਦੇ ਨੇ ਜਿਹੜੇ ਅਰਦਾਸਾਂ ਕਰਕੇ ਔਲਾਦ ਮੰਗਦੇ ਨੇ, ਜਿਹੜੀਆਂ ਬਹੁਤ ਸਾਰੀਆਂ ਮੈਡੀਕਲ ਕੰਪਲਿਕੇਸ਼ਨਸ ਤੋਂ ਬਾਅਦ ਜਿਨ੍ਹਾਂ ਦੇ ਘਰ ਦੇ ਵਿੱਚ ਕਿਲਕਾਰੀਆਂ ਗੂੰਜਦੀਆਂ ਨੇ, ਲੇਕਿਨ ਉਸ ਤੋਂ ਬਾਅਦ ਵੀ ਇਸ ਤਰੀਕੇ ਦੇ ਨਾਲ ਬੇਵਕਤੀ ਬੱਚਿਆਂ ਦੀ ਮੌਤ ਦਾ ਆਣਾ, ਨੌਜਵਾਨੀ ਦਾ ਘਾਣ ਹੋਣਾ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਵੱਡੇ ਸਵਾਲ ਖੜਾ ਕਰਦਾ। ਔਰ ਮੈਨੂੰ ਲੱਗਦਾ ਮੈਮ ਕਿਤੇ ਨਾ ਕਿਤੇ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਪਹਿਲਾਂ ਅਸੀਂ ਜੁਆਇੰਟ ਫੈਮਲੀਜ਼ ਹੋਇਆ ਕਰਦੀ ਸੀ, ਹੁਣ ਅਸੀਂ ਨਿਊਕਲੀਅਰ ਫੈਮਲੀਜ਼ ਰਹਿ ਗਈਆਂ। ਪਹਿਲਾਂ ਕਿਹਾ ਜਾਂਦਾ ਸੀ ਕਿ ਘਰ ਵਿੱਚ ਬੱਚਾ ਹੁੰਦਾ, ਘਰ ਵਿੱਚ ਬਹੁਤ ਸਾਰੇ ਜਣੇ ਨੇ, ਚਾਚੇ ਤਾਏ ਦਾਦਾ ਦਾਦੀ, ਹੋਰ ਬਹੁਤ ਸਾਰੇ ਜਣੇ ਨੇ ਜਿਹੜੇ ਬੱਚੇ ਨੂੰ ਸਾਂਭ ਲੈਣਗੇ। ਬੱਚਾ ਆਰਾਮ ਦੇ ਨਾਲ ਕਦੋਂ ਛੋਟੇ ਤੋਂ ਵੱਡਾ ਹੋ ਜਾਂਦਾ ਸੀ, ਕਦੋਂ ਪਲ ਜਾਂਦਾ ਸੀ, ਪਤਾ ਵੀ ਨਹੀਂ ਲੱਗਦਾ ਸੀ। ਲੇਕਿਨ ਹੁਣ ਫੈਮਲੀਜ਼ ਬਹੁਤ ਜ਼ਿਆਦਾ ਨਿਊਕਲੀਅਰ ਰਹਿ ਗਈਆਂ। ਭਾਵੇਂ ਇੰਡੀਆ ਦਾ ਜ਼ਿਕਰ ਕਰੀਏ, ਬਾਹਰ ਦੇ ਮੁਲਕਾਂ ਦੇ ਵਿੱਚ ਤਾਂ ਚਲੋ ਇਹ ਰਿਵਾਇਤ ਕਾਫੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ, ਬੱਚਿਆਂ ਨੂੰ ਵੀ 18 ਦੀ ਉਮਰ ਤੋਂ ਬਾਅਦ ਅੱਡ ਕਰ ਦਿੱਤਾ ਜਾਂਦਾ ਹੈ। ਲੇਕਿਨ ਕਿਤੇ ਨਾ ਕਿਤੇ ਜਿਹੜੇ ਸਾਡੇ ਇੱਥੋਂ ਭਾਰਤ ਤੋਂ ਜਾ ਕੇ ਬਾਹਰਲੇ ਮੁਲਕਾਂ ਦੇ ਵਿੱਚ ਲੋਕ ਵਸ ਰਹੇ ਨੇ, ਉਹ ਵੀ ਕਿਤੇ ਨਾ ਕਿਤੇ ਇਸ ਕਲਚਰ, ਉੱਧਰ ਦੇ ਕਲਚਰ ਅਪਣਾ ਰਹੇ ਨੇ। ਲੇਕਿਨ ਜਿਹੜਾ ਆਪਣਾ ਸੱਭਿਆਚਾਰ ਸੀ, ਬੱਚਿਆਂ ਨੂੰ ਜੋੜ ਕੇ ਰੱਖਣਾ, ਬੱਚਿਆਂ ਨੂੰ ਸੰਸਕਾਰ ਦੇਣਾ, ਬੱਚਿਆਂ ਨੂੰ ਕਲਚਰ ਦੇ ਨਾਲ ਜੋੜਨਾ, ਬੱਚਿਆਂ ਨੂੰ ਵੈਲਿਊਜ਼ ਦੇਣਾ, ਕਿਤੇ ਨਾ ਕਿਤੇ ਉਹ ਅਲੋਪ ਹੁੰਦਾ ਜਾ ਰਿਹਾ। ਜਿਵੇਂ ਤੁਸੀਂ ਜ਼ਿਕਰ ਕੀਤਾ, ਜਸਟ ਪੈਸੇ ਕਮਾਉਣ ਦੇ ਚੱਕਰ ਦੇ ਵਿੱਚ ਅਸੀਂ ਆਪਣੀ ਜਿਹੜੀ ਅਸਲ ਕਮਾਈ ਹੈ, ਸਾਡੀ ਔਲਾਦ, ਅਸੀਂ ਉਹਨਾਂ ਨੂੰ ਹੀ ਗਵਾਉਂਦੇ ਜਾ ਰਹੇ ਹਾਂ। ਕਾਰਨ ਤਾਂ ਸਾਨੂੰ ਪਤਾ ਚੱਲ ਗਏ, ਸਟੱਡੀ ਦੇ ਵਿੱਚ ਜ਼ਿਕਰ ਵੀ ਕਰ ਦਿੱਤਾ ਗਿਆ ਕਿ ਆਖਿਰਕਾਰ ਇਹ ਬੇਵਕਤੀ ਮੌਤ ਕਿਉਂ ਆ ਰਹੀ ਹੈ, ਕਿਉਂ ਨੌਜਵਾਨੀ ਦਾ ਘਾਣ ਇਸ ਤਰੀਕੇ ਦੇ ਨਾਲ ਹੋ ਰਿਹਾ। ਲੇਕਿਨ ਇਸ ਨੂੰ ਬਚਾਇਆ ਕਿਸ ਤਰੀਕੇ ਦੇ ਨਾਲ ਜਾ ਸਕਦਾ, ਇਸ ਦਾ ਬਚਾਅ ਕਿਸ ਤਰੀਕੇ ਨਾਲ ਕੀਤਾ ਜਾ ਸਕਦਾ। ਬਿਲਕੁਲ, ਹੁਣ ਇਹ ਅਹਿਮ ਸੀ ਮੁੱਦਾ, ਜਿਵੇਂ ਇਸੇ ਸਟੱਡੀ ਵਿੱਚ ਜਿਵੇਂ ਉਹਨਾਂ ਨੇ ਕੋਟ ਐਂਡ ਵਿੱਚ ਆ ਕੇ ਕੀਤਾ ਕਿ ਸਾਨੂੰ ਇੱਕ ਪੋਜ਼ਿਟਿਵ ਕਿਉਂਕਿ ਦੇਖੋ ਖੋਜ ਸਿਰਫ ਇਹ ਨਹੀਂ ਹੁੰਦਾ ਕਿ ਅਸੀਂ ਇਹ ਨਕਾਰਾਤਮਕ ਚੀਜ਼ਾਂ ਕੱਢ ਕੇ ਸਾਹਮਣੇ ਰੱਖ ਦਿੰਦੇ ਹਾਂ। ਖੋਜ ਦਾ ਮਕਸਦ ਕੀ ਹੁੰਦਾ ਕਿ ਸਮਾਜ ਵਿੱਚ ਹੁਣ ਇਹਦਾ ਸੁਧਾਰ ਕਿਵੇਂ ਕੀਤਾ ਜਾ ਸਕਦਾ। ਸੋ ਉਸੇ ਉੱਤੇ ਹੀ ਇਹ ਕਮਾਲ ਦੀ ਇਹਨਾਂ ਨੇ ਕਿਹਾ ਕਿ ਦੇਖੋ 12.7 ਗੁਣਾ
ਸੈਲਫ ਹਾਰਮ, ਜਿਹਦੇ ਵਿੱਚ ਉਹ ਬੱਚੇ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਜਾਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਉਹ ਘਟਿਆ ਦਿਸਿਆ। ਪਤਾ ਕਿਵੇਂ? ਸਿਰਫ ਜਦੋਂ ਇਹਨਾਂ ਮਾਪਿਆਂ ਨੂੰ ਕਿਹਾ ਗਿਆ ਕਿ ਤੁਸੀਂ ਬੱਚੇ ਨੂੰ ਰੋਜ਼ ਦਾ 2 ਤੋਂ 2.5 ਘੰਟੇ ਸਮਾਂ ਦਿਓ, ਇਹਨੂੰ ਬਾਹਰ ਘੁਮਾਓ ਫਿਰਾਓ, ਆਪਣਾ ਬਿਹੇਵੀਅਰ ਇਹਦੇ ਸਾਹਮਣੇ ਠੀਕ ਕਰੋ। ਉਹਨਾਂ ਦੇ ਸਾਰਿਆਂ ਵਿੱਚ ਬਹੁਤ ਵੱਡੀ ਗਿਣਤੀ ਜੇ 12.7% ਠੀਕ ਹੋਣਾ ਦਾ ਮਤਲਬ ਸਿਰਫ ਦੇਖੋ ਨਾ, ਇਹਦੇ ਵਿੱਚ ਤਾਂ ਤੁਹਾਡੇ ਸਾਹਮਣੇ ਹੀ ਰਿਜ਼ਲਟ ਹੈ ਕਿ ਮਾਪਿਆਂ ਨੇ ਸਮਾਂ ਦਿੱਤਾ ਬੱਚੇ ਨੂੰ, ਬੱਚੇ ਨਾਲ ਬਾਹਰ ਘੁੰਮਣ ਗਏ, ਉਹਦੇ ਮਨ ਦੇ ਅੰਦਰਲੀਆਂ ਗੁੰਝਲਾਂ ਸੁਲਝਾਈਆਂ। ਕਿਉਂਕਿ ਇਹ ਮੌਕਾ ਹੁਣ ਉਹਨਾਂ ਨੇ ਕਿਉਂ, ਦੇਖੋ ਦੇ ਨਾਲ ਲਿਖਿਆ ਕਿ ਜਿਹੜੇ ਇੱਥੋਂ ਦੇ ਇਹ ਬੜੀ ਕਮਾਲ ਦੀ ਗੱਲ ਜੇ ਲਿਖੀ, ਮੈਂ ਤੇ ਦੇਖੋ ਉਹਨਾਂ 'ਚ ਰਹਿ ਨਹੀਂ ਰਹੀ। ਜੋ ਇਹ ਖੋਜ ਜੇ ਉਹ ਆਪਣੇ ਅੰਦਰ ਹੀ ਝਾਤ ਮਾਰ ਕੇ ਸਾਰੇ ਦੇਖ ਸਕਦੇ ਨੇ ਕਿ ਕੀ ਮਾਪੇ ਦਬਾਅ ਪਾਉਂਦੇ ਨੇ ਕਿ ਤੁਸੀਂ ਸਾਡੇ ਹੀ ਵਿੱਚ ਵਿਆਹ, ਯਾਨੀ ਆਪਣੇ ਰਿਸ਼ਤੇਦਾਰੀ 'ਚ ਜਾਂ ਆਪਣੇ ਹੀ ਕੌਮ ਵਿੱਚ ਜਾਂ ਇਸੇ ਤਰ੍ਹਾਂ ਹੀ, ਯਾਨੀ ਜੇ ਪੰਜਾਬੀ ਹੈ ਕਿ ਉਹ ਦਬਾਅ ਪਾ ਰਿਹਾ ਕਿ ਨੂੰ ਪੰਜਾਬੀ ਹੀ ਲੈਣੀ ਹੈ, ਉਧਰ ਦੀ ਕੋਈ ਨਹੀਂ ਲੈਣੀ। ਇਹ ਅਲੱਗ ਕਿਸਮ ਦਾ ਇੱਕ ਦਬਾਅ ਜੇ ਉਹਨਾਂ ਨੇ ਕਿਹਾ ਜਿਹੜੇ ਇਮੀਗ੍ਰੈਂਟਸ ਨੇ ਉਹ ਆਪਣੇ ਬੱਚੇ ਨੂੰ ਉੱਥੇ ਸਥਾਪਿਤ ਨਹੀਂ ਹੋਣ ਦਿੰਦੇ। ਯਾਨੀ ਉਹ ਚਾਹੁੰਦਾ ਮੈਂ ਰਸ਼ੀਅਨ ਨਾਲ ਵਿਆਹ ਕਰਨਾ ਜਾਂ ਮੈਂ ਇੱਥੇ ਅਮਰੀਕਨ ਨਾਲ ਮੇਰਾ ਦਿਲ ਆਇਆ ਹੋਇਆ, ਤਾਂ ਉਹ ਮਾਪਿਆਂ ਦਾ ਜਿਹੜਾ ਦਬਾਅ, ਨਹੀਂ ਨਹੀਂ ਤੂੰ ਇੱਧਰ ਤਾਂ ਜਾਣਾ ਹੀ ਨਹੀਂ, ਤੂੰ ਸਾਡੇ ਇੱਥੋਂ ਹੀ ਕੁੜੀ ਆਊਗੀ ਜਾਂ ਭਾਰਤ ਤੋਂ ਹੀ ਆਊਗੀ ਜਾਂ ਇੱਥੇ ਹੀ ਵਿਆਹ ਕਰਨਾ ਹੈ। ਇਹ ਵੀ ਕਾਰਨ ਉਹਨਾਂ ਨੇ ਲਿਖਿਆ ਪਿਆ ਕਿ ਇਸ ਕਿਸਮ ਦਾ ਜੋ ਉਹ ਬੱਚੇ ਨੂੰ ਮਾਨਸਿਕ ਰੋਗੀ ਸਾਈਕੈਟ੍ਰਿਕ ਬਣਾ ਦਿੰਦੀ ਜੇ ਕਿ ਨਾ ਉਹ ਉਧਰ ਐਡਜਸਟ ਹੁੰਦਾ ਨਾ ਇੱਧਰ। ਤੇ ਉਹਨਾਂ ਵਿੱਚੋਂ ਕਾਫੀ, ਹੁਣ ਉਹਨਾਂ ਨੇ ਕਿਹਾ ਕਿ ਜਿਹੜੇ ਇਮੀਗ੍ਰੈਂਟਸ ਨੇ, ਮੈਂ ਇੱਕ ਕਲੀਅਰ ਕਰਦਿਆਂ, ਬਿਲਕੁਲ ਕਿਤੇ ਨਹੀਂ ਲਿਖਿਆ ਭਾਰਤੀ ਨੇ, ਏਸ਼ੀਅਨ ਲਫ਼ਜ਼ ਵਰਤਿਆ ਉਹਨਾਂ ਨੇ। ਕਿ ਪੂਰੇ ਸਾਰੇ ਜਿੰਨੇ ਵੀ, ਕੋਈ ਕਿਤੇ ਆਪਾਂ ਇਕੱਲੇ ਪੰਜਾਬੀ ਦੇ ਉੱਤੇ ਇਹ ਗੱਲ ਨਹੀਂ ਆ ਰਹੀ, ਮੈਂ ਤਾਂ ਮਿਸਾਲਾਂ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ। ਲਿਖਿਆ ਇਹਨਾਂ ਨੇ ਕਲੀਅਰ ਕੱਟ ਏਸ਼ੀਅਨ ਕੰਟਰੀਜ਼ ਚੋਂ ਕਿਹਾ ਜੇ, ਜਾਂ ਅਮਰੀਕਨ ਇੰਡੀਅਨਸ ਦੀ ਵੀ ਗੱਲ ਕੀਤੀ ਹੈ। ਸੋ ਉਹਦੇ ਵਿੱਚ ਉਹਨਾਂ ਨੇ ਜਦੋਂ ਇਹੋ ਜਿਹੀਆਂ ਗੱਲਾਂ ਅਸੀਂ ਧਿਆਨ ਕਰੀਏ, ਫਿਰ ਉਹਨਾਂ ਨੇ ਕਿਹਾ ਜੀ ਪਹਿਲੀ ਚੀਜ਼ ਤਾਂ ਤੁਸੀਂ, ਜਿਵੇਂ ਚਾਈਨੀਜ਼ ਲੋਕ ਨੇ, ਉਹਨਾਂ ਨੇ ਦੱਸਿਆ ਤੁਸੀਂ ਆਪਣੀਆਂ ਸੱਥਾਂ ਤਿਆਰ ਕਰੋ, ਆਪੋ ਆਪਣੇ ਤੁਸੀਂ ਯਾਨੀ ਇਹ ਜਿਹੜੀਆਂ ਉਲਝਣਾਂ ਨੇ, ਫੈਮਿਲੀ ਪ੍ਰੋਬਲਮਸ ਨੇ, ਫੈਮਿਲੀ ਇਸ਼ੂਜ਼, ਤੁਸੀਂ ਆਪਣੇ ਉਸ ਤਰੀਕੇ ਕੋਈ NGO ਬਣਾ ਲਓ, ਭਾਵੇਂ ਤੁਸੀਂ ਕੋਈ ਸੰਸਥਾ ਦੇ ਰਾਹੀਂ ਆਪਣੀਆਂ ਉੱਥੇ ਮੁਸ਼ਕਲਾਂ ਸੁਲਝਾਣੀਆਂ ਸ਼ੁਰੂ ਕਰੋ। ਇਹਨੂੰ ਵਧਾਓ ਨਾ, ਤੇ ਨਾ ਹੀ ਇਹਨਾਂ ਤੇ ਚਾਦਰਾਂ ਪਾਓ ਕਿ ਨਹੀਂ ਜੀ ਅੱਖਾਂ ਬੰਦ ਕਰ ਲਓ, ਕੋਈ ਗੱਲ ਨਹੀਂ ਯਾਰ, ਇਹਨੂੰ ਵਧਣ ਦਿਓ, ਇਹ ਕੰਮ ਤੇ ਨਾ ਲਿਜਾਓ। ਕਿਉਂਕਿ ਉਹ ਤੁਹਾਨੂੰ ਸਿਰਫ ਇੱਕ ਔਰਤ ਦੀ ਚੀਖ ਪੁਕਾਰ ਨੂੰ ਦੱਬ ਲਓਗੇ, ਪਰ ਉਸ ਘਰ ਵਿੱਚ ਜੋ ਪਲ ਰਿਹਾ ਬੱਚਾ ਉਹ ਖਰਾਬ ਹੋ ਰਿਹਾ ਜੀ। ਸੋ ਇਹਦਾ ਮਤਲਬ ਇਹ ਹੈ ਕਿ ਤੁਸੀਂ ਇਹੋ ਜਿਹਾ ਜਦੋਂ ਕੋਈ ਆਵਾਜ਼ ਚੁੱਕਦੀ ਜੇ ਔਰਤ ਕਿ ਮੇਰੇ ਨਾਲ ਧੱਕਾ ਹੋ ਰਿਹਾ, ਜਾਂ ਕੋਈ ਬੰਦਾ ਹੀ ਕਹਿੰਦਾ ਹੈ ਕਿ ਮੇਰੇ ਨਾਲ ਔਰਤ ਅੱਤ ਦਾ ਜ਼ੁਲਮ ਕਰ ਰਹੀ ਹੈ, ਤਾਂ ਉੱਥੇ ਤੁਹਾਨੂੰ ਜ਼ਰੂਰੀ ਜੇ ਉਸ ਸਮੇਂ ਇਹ ਕੋਈ ਵੀ ਭਾਵੇਂ NGO ਤਿਆਰ ਕਰਕੇ ਇਹ ਆਪਣੇ ਮੁਸ਼ਕਲਾਂ ਉੱਥੇ ਹੱਲ ਕੀਤੀਆਂ ਜਾਣ। ਦੂਸਰੀ ਅਹਿਮ ਗੱਲ ਉਹਨਾਂ ਨੇ ਕਿਹਾ, ਜਿਵੇਂ ਬੱਚਿਆਂ ਨਾਲ ਸਮਾਂ ਬਿਤਾਓ, ਕਿਉਂਕਿ ਉਹ ਦੋਸਤਾਂ ਨਾਲ ਜਦੋਂ ਜਾਂਦੇ ਨੇ ਆਪਣੇ ਘਰੇਲੂ ਹੀ ਇਹੋ ਜਿਹੇ ਤਣਾਅ ਉੱਥੇ ਸਾਂਝੇ ਕਰਦੇ ਨੇ, ਫਿਰ ਉਹ ਮੁੜਦੇ ਨੇ ਵੀ ਮੈਂ ਇਹੋ ਜਿਹੇ ਮਾਹੌਲ 'ਚ ਐਡਜਸਟ ਹੋਣਾ ਤਾਂ ਮੈਨੂੰ ਸ਼ਰਾਬ ਵੀ ਨਸ਼ਾ ਵੀ ਕਰਨਾ ਹੀ ਪੈਣਾ। ਸੋ ਇਹ ਚੀਜ਼ਾਂ ਵੱਲ ਰੱਤਿਕ ਜੇ ਮਾਪੇ ਧਿਆਨ ਦੇ ਦੇਣ, ਉਹਨਾਂ ਨੂੰ ਉਹ ਉਲਝਣਾ ਸੁਲਝਾ ਦੇਣ, ਤਾਂ ਕਾਫੀ ਹੱਦ ਤੱਕ ਇਹ ਕੰਟਰੋਲ ਕਰ ਸਕਦੇ ਨੇ। ਬਾਕੀ ਉਹ ਉਹਨਾਂ ਨੂੰ ਵੀ ਕਹਿੰਦੇ ਨੇ ਕਿ ਤੁਸੀਂ ਇਹਨਾਂ ਦੇ ਪੈਸਿਆਂ ਵੱਲ ਖਿਆਲ ਰੱਖੋ ਕਿ ਰਿਸਟ੍ਰਿਕਸ਼ਨ ਹੋਵੇ, ਇਹ ਨਾ ਨਸ਼ਾ ਪਰਚੇਜ਼ ਕਰ ਸਕਣ, ਧਿਆਨ ਕਰੋ। ਸਰਕਾਰਾਂ ਨੂੰ ਵੀ ਉਹਨਾਂ ਨੇ ਲਿਖਿਆ ਕਿ ਥੋੜਾ ਜਿਹਾ ਹਥਿਆਰਾਂ ਤੇ ਵੀ ਕਾਬੂ ਰੱਖਣਾ ਸ਼ੁਰੂ ਕਰੋ, ਇਸੇ ਤਰ੍ਹਾਂ ਨਸ਼ੇ ਦੇ ਉੱਤੇ ਕੰਟਰੋਲ ਕਰਨਾ ਸ਼ੁਰੂ ਕਰੋ। ਨਾਲ ਇੱਕ ਬੜੀ ਇੰਟਰਸਟਿੰਗ ਲਾਈਨ ਲਿਖਦੇ ਨੇ ਕਿ ਇਹ ਹੁਣ ਟ੍ਰਿਲੀਅਨਸ ਦਾ ਨਸ਼ੇ ਦਾ ਕਾਰੋਬਾਰ ਹੋ ਚੁੱਕਾ ਹੈ। ਸੋ ਜਿਹੜੀਆਂ ਵੀ ਸਰਕਾਰਾਂ ਹਵਾਈ ਗੱਲਾਂ ਕਰਦੀਆਂ ਨੇ ਕਿ ਇਹ ਅਸੀਂ ਰੋਕ ਲਵਾਂਗੇ, ਇਹ ਹਟ ਗਿਆ, ਬਸ ਖਤਮ ਕਰ ਲਾਂਗੇ, ਅਸੀਂ ਵੀ ਤਾਂ 3-4 ਮਹੀਨਿਆਂ 'ਚ ਮੁਕਾਉਣ ਦੀ ਬਥੇਰੀ ਗੱਲ ਕੀਤੀ ਸੀ, ਤਾਂ ਉਹ ਹੁਣ ਕਲੇਮ ਕਰਦੇ ਨੇ ਕਿ ਇੰਨਾ ਸੌਖਾ ਨਹੀਂ ਹੈ ਇਸ ਵਪਾਰ ਨੂੰ ਨੱਥ ਪਾਉਣਾ, ਪਰ ਸਾਨੂੰ ਹੀ ਆਪਣੇ ਬੱਚਿਆਂ ਨੂੰ ਟ੍ਰੇਨ ਕਰਨਾ ਪਏਗਾ ਕਿ ਇਹ ਨਾ ਲੈਣ, ਇਸ ਪਾਸੇ ਨਾ ਜਾਣ, ਤਾਂ ਹੀ ਇਸ ਤੇ ਠੱਲ ਪੈ ਸਕੇਗੀ। ਇਹ ਕੋਈ ਸਰਕਾਰਾਂ ਦੇ ਹੱਥ ਨਹੀਂ ਜੇ ਇੰਨਾ ਵੱਡੀ ਪੱਧਰ ਤੇ ਇਸ ਤੇ ਕਾਬੂ ਕਰਨਾ, ਪਰ ਹਥਿਆਰਾਂ ਤੇ ਰੋਕ ਜ਼ਰੂਰੀ ਉਹਨਾਂ ਨੇ ਲਿਖੀ ਹੈ। ਇਸੇ ਤਰ੍ਹਾਂ ਸਪੀਡ ਥ੍ਰਿਲਸ ਬਟ ਕਿਲਸ, ਸਾਨੂੰ ਪਤਾ ਹੀ ਹੈ। ਸੋ ਉਹਦੇ ਉੱਤੇ ਉਹਨਾਂ ਨੇ ਕਿਹਾ ਵੀ ਜਿਹੜੇ ਡਰਾਈਵਿੰਗ ਵਿੱਚ ਅਲਕੋਹਲ ਡਰੱਗਸ ਲੈ ਕੇ ਜੋ ਜਾ ਰਹੇ ਨੇ, ਇਹਨਾਂ ਤੇ ਵੀ ਮਾਪੇ ਹੀ ਘਰਾਂ ਵਿੱਚ ਜੇ ਥੋੜਾ ਜਿਹਾ ਧਿਆਨ ਰੱਖਣ ਤਾਂ ਇਹ ਠੀਕ ਕੀਤਾ ਜਾ ਸਕਦਾ ਮਾਹੌਲ, ਪਰ ਇਹਨੂੰ ਬਚਾਉਣਾ ਬਹੁਤ ਜ਼ਰੂਰੀ ਜੇ। ਯਾਨੀ ਇਹ ਬਹੁਤ ਅਹਿਮ ਗੱਲਾਂ। ਤੇ ਇੱਕ ਹੋਰ ਜੇ ਟਾਈਮ ਹੋਵੇ ਉਹ ਵੀ ਨਾਲ ਮੈਂ ਸ਼ੇਅਰ ਕਰ ਦਿਆਂ। ਬਿਲਕੁਲ ਜੀ।
ਹੁਣ ਇਹਦੇ ਚ ਡੈਨਿਸ਼ ਕੇਸ ਕੰਟਰੋਲ ਸਟੱਡੀ ਇਹਨਾਂ ਨੇ ਲਈ ਸੀ, ਜੋ 15 ਤੋਂ 35 ਸਾਲ ਦੇ ਅਨਨੈਚੁਰਲ ਡੈਥਸ ਉਹਨਾਂ ਨੇ ਕਿਹਾ ਹੈ। ਇਹਦੇ ਵਿੱਚ ਵੀ ਉਹਨਾਂ ਨੇ ਜੋ ਥੋੜੀ ਜਿਹੀ ਪੁਰਾਣੀ ਸੀ, ਉਹਨਾਂ ਨੇ ਉਦੋਂ ਕਿਹਾ ਸੀ 5.3% ਹਾਇਰ ਹੋ ਚੁੱਕੀ ਜੇ ਵਾਇਲੈਂਸ, ਤੇ 12.7% ਖੁਦਕੁਸ਼ੀਆਂ ਵਧੀਆਂ ਨੇ, ਤੇ 29.4% ਜਿਹੜਾ ਹੈ ਉਹ ਇਹਨਾਂ ਦੇ ਮਾਨਸਿਕ ਰੋਗ ਵਧੇ ਨੇ। ਇਹ ਪੁਰਾਣੀ ਸੀ। ਹੁਣ ਉਹਨਾਂ ਨੇ ਵਿੱਚ ਐਡ ਕਰਕੇ ਦੱਸਿਆ ਕਿ ਇਹ ਪੀਕ ਚੱਲ ਰਿਹਾ ਜੇ ਇਕਨੋਮਿਕ ਰਿਸੈਸ਼ਨ ਜਦੋਂ ਹੋਈ ਸੀ ਕੋਵਿਡ ਦੇ ਦੌਰਾਨ, ਇਹ ਆਲਮੋਸਟ ਦੁਗਣੀਆਂ ਹੋ ਗਈਆਂ ਸੀ। ਪਰ ਹੁਣ ਕੋਵਿਡ ਹਟਣ ਤੋਂ ਬਾਅਦ ਵੀ ਇਹ ਗ੍ਰਾਫ ਉਤਾਂ ਹੀ ਜਾ ਰਿਹਾ। ਯਾਨੀ ਇੱਕ ਤਰੀਕੇ ਝਾਤ ਮਾਰੋ, ਇਹ ਇੰਟਰਨੈਸ਼ਨਲ ਸਾਰੇ ਦੇ ਸਾਰੇ ਹੀ ਜੇ ਆਪਾਂ ਵੇਖਦੇ ਹੋਈਏ ਤਾਂ ਸਮਝ ਆ ਜਾਂਦੀ ਹੈ। ਜੇ ਪੰਜਾਬ ਅੰਦਰ ਵੀ ਝਾਤ ਮਾਰੀਏ, ਨਾ ਖੁਦਕੁਸ਼ੀਆਂ ਘਟੀਆਂ ਨੇ, ਨਾ ਉਸੇ ਤਰ੍ਹਾਂ ਦੇਖੀਏ ਤਾਂ ਬੇਰੁਜ਼ਗਾਰੀ ਘਟੀ ਜੇ, ਨਾ ਮਹਿੰਗਾਈ ਕਾਬੂ ਚ ਆ ਸਕੀ। ਯਾਨੀ ਕਿਸੇ ਵੀ ਪਾਸੇ ਝਾਤ ਮਾਰੀਏ ਇਹ ਗ੍ਰਾਫ ਮੌਤਾਂ ਦਾ ਵੱਧਦਾ ਹੀ ਤੁਰਿਆ ਜਾਂਦਾ ਜੇ। ਨੌਜਵਾਨੀ ਸਾਡੀ ਨੂੰ ਸੇਧ ਨਹੀਂ ਮਿਲ ਰਹੀ, ਉਹ ਗਲਤ ਰਾਏ ਜਾਂ ਇਹ ਡਰੱਗ ਐਡਿਕਟਸ ਵਾਲੇ ਪਾਸੇ ਜਿਵੇਂ ਤੁਰਨੀ ਸ਼ੁਰੂ ਹੋਈ ਹੈ, ਜੋ ਰੋਜ਼ ਤੁਸੀਂ ਮੀਡੀਆ 'ਚ ਦੇਖਦੇ ਹੋ, ਹੇੜ ਦੀ ਹੇੜ ਲੱਗੀ ਪਈ, ਕਰਕੇ ਕਿ ਸਾਡੇ ਯੂਥ ਦੇ ਕੋਲ ਕੋਈ ਆਈਕਨ ਰਿਹਾ ਹੀ ਨਹੀਂ। ਸਾਡੇ ਆਪਣੀ ਜਿਹੜੇ ਉੱਪਰ ਪਹੁੰਚ ਚੁੱਕੇ ਲੋਕ ਨੇ, ਉਹ ਭਾਵੇਂ ਸਿਆਸਤਦਾਨ ਹੋਣ ਜਾਂ ਕੋਈ ਚੋਟੀ ਦਾ ਕੋਈ ਆਈਏਐਸ ਆਈਪੀਐਸ ਆਫੀਸਰ, ਜਿਨ੍ਹਾਂ ਨੇ ਜਿੱਥੇ ਵੀ ਕਿਤੇ ਪਹੁੰਚੇ ਹੋਣ, ਉਹ ਸਿਰਫ ਆਪਣੇ ਟੱਬਰ ਤੱਕ, ਹਜ਼ਾਰਾਂ ਕਰੋੜਾਂ ਦੀ ਜੋ ਅਸੀਂ ਦੇਖ ਹੀ ਰਹੇ ਹਾਂ ਕੀ ਕੁਛ ਕਰਕੇ ਉਹ ਆਪਣੀ ਜਾਇਦਾਦ ਬਣਾਉਣ ਤੱਕ ਸੀਮਤ ਨੇ। ਮੁਲਕ ਨਾਲ ਨਾ ਤਾਂ ਕਿਸੇ ਨੂੰ ਪਿਆਰ ਹੈ, ਨਾ ਨੌਜਵਾਨੀ ਨੂੰ ਸੇਧ ਦੇਣ ਦਾ ਕਿਸੇ ਨੂੰ ਖਿਆਲ ਹੈ। ਸਾਡੇ ਤਾਂ ਸਕੂਲ ਕਾਲਜ ਵੀ, ਖਿਮਾ ਕਰਿਓ, ਹੁਣ ਤਾਂ ਸਿਰਫ ਧੰਦਾ ਹੀ ਖੋਲ ਕੇ ਬੈਠੇ ਨੇ, ਜਿੱਥੇ ਸਿਰਫ ਉਹਨਾਂ ਨੂੰ ਕਮਾਈ ਦੇ ਸਾਧਨ ਬਣਾਉਣ ਯੋਗ ਹੀ ਵੀ ਤੁਸੀਂ ਬਣ ਜਾਓ ਕੁਛ ਨਾ ਕੁਛ, ਜਿਹਦੇ ਨਾਲ ਫਟਾਫਟ ਪੈਸੇ ਕਮਾ ਸਕੋ। ਅਸੀਂ ਇਨਸਾਨ ਨਹੀਂ ਹੁਣ ਰੱਖੇ, ਅਸੀਂ ਤਾਂ ਚੁਫੇਰਾ ਹੀ ਸਿਰਫ ਸਾਡੇ ਕੋਲ ਹੈ। ਹਰ ਇੱਕ ਨੂੰ ਕਾਹਲੀ ਪਈ ਹੈ ਦੀ ਮੌਤ ਵੱਲ ਛੇਤੀ ਕਿਵੇਂ ਜਾਣਾ। ਸੜਕਾਂ ਤੇ ਦੌੜਦੀ ਮੌਤ ਅਸੀਂ ਰੋਜ਼ ਦੇਖਦੇ ਹਾਂ। ਇਸੇ ਤਰ੍ਹਾਂ ਜਿਸ ਤਰੀਕੇ ਸਾਡੇ ਡਿਪਰੈਸ਼ਨ ਸਾਨੂੰ ਹੌਲੀ ਹੌਲੀ ਨੰਬਰ 3 ਕਿਲਰ ਬਣ ਰਿਹਾ ਜੇ, ਕਿਉਂਕਿ ਇਹਦੇ ਸਦਕਾ ਹੀ ਸਾਨੂੰ ਇਸ ਵੇਲੇ ਮੋਟਾਪਾ, ਬਲੱਡ ਪ੍ਰੈਸ਼ਰ, ਹਾਈਪਰਟੈਂਸ਼ਨ, ਇਹ ਚੀਜ਼ਾਂ ਨੰਬਰ 1 ਕਿਲਰਸ ਵੱਲ ਤੁਰ ਰਹੀਆਂ ਨੇ। ਤੇ ਕਾਰਨ ਸਿਰਫ ਇੰਨਾ ਕਿ ਮੈਂ ਕਾਲੀ ਜਗ੍ਹਾ ਲੰਘ ਜਾ, ਕਾਲੀ ਜਗ੍ਹਾ ਲੰਘ ਜਾ। ਭਾਈ ਕਿੱਥੇ ਜਾਣਾ ਜੇ ਆਖਰ? ਜ਼ਿੰਦਗੀ ਜੀ ਲਓ ਫਿਰ ਭੱਜੀ ਜਾਇਓ। ਇਹ ਨਿੱਕੀ ਜਿਹੀ ਗੱਲ ਹੀ ਜੇ ਨੁਕਤੇ 'ਚ ਜੇ ਸਾਨੂੰ ਸਮਝ ਆ ਜਾਏ ਤਾਂ ਇਹ ਸਾਰੀਆਂ ਨੌਜਵਾਨ ਮੌਤਾਂ ਰੋਕ ਸਕਦੇ। ਬਿਲਕੁਲ ਕਿਤੇ ਨਾ ਕਿਤੇ, ਕਿਉਂਕਿ ਠੀਕ ਹੈ ਸਵਾਲ ਸਰਕਾਰਾਂ ਤੇ ਉੱਠਦੇ ਨੇ, ਸਵਾਲ ਪ੍ਰਸ਼ਾਸਨ ਤੇ ਉੱਠਦੇ ਨੇ, ਉਹ ਪਾਲਿਸੀਜ਼ ਬਣਾ ਸਕਦੇ ਨੇ, ਕਾਨੂੰਨਾਂ ਤੇ ਸਖਤੀ ਕਰ ਸਕਦੇ ਨੇ, ਲੇਕਿਨ ਕਹਿੰਦੇ ਨੇ ਨਾ ਕਿ ਚੈਰਿਟੀ ਬਿਗਿਨਸ ਐਟ ਹੋਮ ਓਨਲੀ। ਸੋ ਆਪਣੇ ਸਾਨੂੰ ਪਰਿਵਾਰ ਤੋਂ ਹੀ ਸ਼ੁਰੂਆਤ ਕਰਨੀ ਪਏਗੀ। ਔਲਾਦ ਸਿਆਸਤਦਾਨਾਂ ਦੀ ਨਹੀਂ, ਔਲਾਦ ਸਰਕਾਰਾਂ ਦੀ ਨਹੀਂ, ਕਿਉਂਕਿ ਜਿਵੇਂ ਮੈਮ ਨੇ ਜ਼ਿਕਰ ਕੀਤਾ ਕਿ ਉਹਨਾਂ ਨੇ ਵਪਾਰ ਬਣਾ ਲਿਆ, ਵਪਾਰੀ ਨੇ ਜੋ ਜ਼ਿੰਦਾ ਇਨਸਾਨੀਅਤ ਦੇ ਨਾਲ ਮੌਤ ਦਾ ਵਪਾਰ ਕਰ ਰਹੇ ਨੇ ਦਲਦਲ ਦੇ ਵਿੱਚ ਨੌਜਵਾਨੀ ਨੂੰ ਧਕੇਲ ਕੇ। ਸੋ ਕਿਸੇ ਨਾ ਤਰੀਕੇ ਦੇ ਨਾਲ ਜੇਕਰ ਅਸੀਂ ਸਮਾਜ ਨੂੰ ਸਿਰਜਣਾ ਚਾਹੁੰਦੇ ਹਾਂ, ਜੇਕਰ ਅਸੀਂ ਬਚਾਉਣਾ ਚਾਹੁੰਦੇ ਹਾਂ, ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਪਰਿਵਾਰ ਤੋਂ, ਆਪਣੇ ਘਰ ਤੋਂ ਸ਼ੁਰੂਆਤ ਕਰਨੀ ਪਏਗੀ। ਆਪਣੀ ਸੋਚ ਵੀ ਬਦਲਣੀ ਪਵੇਗੀ ਤੇ ਨਾਲ ਦੇ ਨਾਲ ਆਪਣਾ ਬੇਸ਼ਕੀਮਤੀ ਧਨ, ਆਪਣੀ ਔਲਾਦ ਨੂੰ ਵੀ ਇਸ ਨੈਗੇਟਿਵਿਟੀ ਤੋਂ ਸਾਨੂੰ ਬਚਾਉਣਾ ਪਵੇਗਾ। ਸੋ ਮੈਮ ਅੱਜ ਦੇ ਇਸ ਪ੍ਰੋਗਰਾਮ ਦੇ ਦੌਰਾਨ ਮੈਂ ਜਾਂਦੇ ਜਾਂਦੇ ਇੱਕ ਅਹਿਮ ਹੋਰ ਗੱਲ ਦੱਸ ਜਾਵਾਂ ਜੋ ਦਿਲ ਕੰਬਾਊ ਹੈ, ਸ਼ਾਇਦ ਕਿਸੇ ਦੇ ਕੰਨੀ ਪੈ ਜਾਏ ਤਾਂ ਉਹ ਕੋਈ ਇਸ ਪਾਸੇ ਵੀ ਧਿਆਨ ਕਰੇ, ਕਿਉਂਕਿ ਇੱਕ ਵੀਡ ਜੇ ਜੋ ਬਹੁਤ ਜ਼ਿਆਦਾ ਸਾਡੇ ਇਸ ਵੇਲੇ ਮੈਡੀਕਲ ਸਟੂਡੈਂਟਸ ਵੀ ਲੈਣੇ ਸ਼ੁਰੂ ਹੋ ਚੁੱਕੇ ਨੇ। ਕਲਾਸਿਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਹ ਬਿਲਕੁਲ ਬਲੈਂਕ ਇਸ ਤਰ੍ਹਾਂ ਐਨ ਖੜੇ ਹੁੰਦੇ ਨੇ, ਨਾ ਕੁਝ ਸਮਝ ਆ ਰਹੀ ਹੁੰਦੀ ਹੈ ਨਾ ਕੀ। ਪਰ ਅੰਦਾਜ਼ਾ ਲਾਇਓ ਇਹ ਡਾਕਟਰ ਨੇ, ਇਹਨਾਂ ਚੋਂ ਭਾਰੀ ਗਿਣਤੀ ਬਾਹਰ ਜਾਣ ਦੀ ਤਿਆਰੀ 'ਚ ਵੀ ਨੇ। ਤਾਂ ਇਹ ਜਦੋਂ ਆਪ ਨਸ਼ੇ ਦੇ ਵਿੱਚ ਗ੍ਰਸਤ ਹੋਣਗੇ, ਇਹ ਕਿਸ ਤਰੀਕੇ ਦਾ ਇਲਾਜ ਕਰਦੇ ਹੋਣਗੇ ਤੇ ਕਿਹੜਾ ਸੁਣੇਗਾ ਜਾਂ ਪੁੱਛੇਗਾ, ਕਿਉਂਕਿ ਇਹਨਾਂ ਦੀਆਂ ਸਿਫਾਰਸ਼ਾਂ ਬਹੁਤ ਉੱਚੀਆਂ ਨੇ। ਹੋ ਸਕਦਾ ਨਹੀਂ ਟੌਪਰ ਵੀ ਨਿਕਲਣ ਤੇ ਹੋ ਸਕਦਾ ਬਹੁਤ ਉੱਚੇ ਅਹੁਦਿਆਂ ਤੇ ਵੀ ਪਹੁੰਚ ਜਾਣ, ਪਰ ਇਲਾਜ ਕਰਵਾਉਣ ਜਾਣ ਵਾਲੇ ਮਰੀਜ਼ਾਂ ਨੂੰ ਕਿਵੇਂ ਸਮਝ ਆਏਗੀ ਕਿ ਮੈਂ ਇੱਕ ਨਸ਼ਈ ਡਾਕਟਰ ਕੋਲੋਂ ਇਲਾਜ ਕਰਾਉਣ ਲਈ ਬਹਿ ਗਿਆ, ਜਿੱਥੇ ਮੈਂ ਮੌਤ ਆਪਣੇ ਪੱਲੇ ਲੈ ਕੇ ਆਵਾਂਗਾ। ਇਹ ਚੀਜ਼ਾਂ ਜੇ ਵੇਲੇ ਸਿਰ ਨਾ ਸੰਭਲੀਆਂ, ਵਾਕਈ ਬਹੁਤ ਖਤਰਨਾਕ ਰੁਝਾਨ ਹੋ ਜਾਣ ਵਾਲਾ ਹੈ। ਔਰ ਸਾਨੂੰ ਸੰਭਲਣ ਦੀ ਬਹੁਤ ਜ਼ਿਆਦਾ ਲੋੜ ਹੈ। ਕਹਿੰਦੇ ਕਦੇ ਇਟਸ ਨੈਵਰ ਟੂ ਲੇਟ, ਬਟ
ਅਜਿਹੀਆਂ ਚੀਜ਼ਾਂ ਜਿਸ ਟਾਈਮ ਅਜਿਹੇ ਤੱਥ ਸਾਹਮਣੇ ਆ ਜਾਣ, ਜਿਸ ਟਾਈਮ ਬ੍ਰਿਟਿਸ਼ ਜਰਨਲ ਵਰਗੀ ਰਿਪੋਰਟ ਛਪਣੀ ਸ਼ੁਰੂ ਹੋ ਜਾਏ, ਉਸ ਦੇ ਵਿੱਚ ਅਵੇਅਰਨੈਸ ਤੁਹਾਨੂੰ ਜਗਾਉਣ ਦੇ ਲਈ ਜਿੱਥੇ ਤੱਥ ਦਿੱਤੇ ਜਾਣ, ਉੱਥੇ ਹੁਣ ਜਾਗਣ ਦੀ ਲੋੜ ਹੈ, ਕਿਉਂਕਿ ਹਰ ਚੀਜ਼ ਦੀ ਇੱਕ ਬਾਉਂਡਰੀ ਹੁੰਦੀ ਹੈ, ਇੱਕ ਲਿਮਿਟ ਸੈੱਟ ਹੁੰਦੀ ਹੈ। ਜਿਸ ਟਾਈਮ ਅਸੀਂ ਉਹ ਕ੍ਰਾਸ ਕਰ ਜਾਈਏ ਫਿਰ ਅੱਤ ਦਾ ਸਮਾਂ ਹੁੰਦਾ, ਔਰ ਅੱਤ ਦੇ ਸਮੇਂ ਤੋਂ ਪਹਿਲਾਂ ਹੀ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਸੋ ਮੈਮ, ਆਪਣਾ ਕੀਮਤੀ ਸਮਾਂ ਦੇਣ ਦੇ ਲਈ ਤੇ ਤੱਥਾਂ ਦੇ ਆਧਾਰ ਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸੋ ਸਾਂਝੀ ਗੱਲਬਾਤ ਦੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਹੈ ਨਾ, ਦੇਸ਼ ਵਿਦੇਸ਼ ਦੀ तमाम ਖਬਰਾਂ ਦੇ ਲਈ ਤੇ ਹੋਰ ਪ੍ਰੋਗਰਾਮਾਂ ਦੇ ਲਈ ਤੁਸੀਂ ਜੁੜੇ ਰਹੋ ਸਾਂਝਾ ਟੀਵੀ ਦੇ ਨਾਲ।